ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਆਪ ਸਭ ਦਾ ਆਪਣਾ ਸਰਬਜੋਤ ਸਿੰਘ ਇੱਕ ਵਾਰ ਫਿਰ ਆਪ ਸਭ ਦੇ ਸਾਹਮਣੇ ਹਾਜ਼ਰ ਹਾਂ। ਪ੍ਰੋਗਰਾਮ ਸ਼ਲੋਕ ਮਹੱਲਾ 9ਵਾਂ ਇੱਕ ਕੋਸ਼ਿਸ਼ ਇੱਕ ਸ਼ੁਰੂਆਤ ਵੋਲਿਊਮ 2 ਦੇ ਨਾਲ। ਪਿਛਲੇ ਵੋਲਿਊਮ ਦੇ ਅੰਦਰ ਵੋਲਿਊਮ 1 ਦੇ ਅੰਦਰ ਅਸੀਂ ਵਿਚਾਰ ਕੀਤੀ ਸੀ ਸ਼ਲੋਕ ਨੰਬਰ 1 ਤੋਂ ਲੈ ਕੇ ਸ਼ਲੋਕ ਨੰਬਰ 8 ਮਤਲਬ ਪਹਿਲੇ 8 ਸ਼ਲੋਕਾਂ ਦੀ। ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਸ਼ਲੋਕ ਨੰਬਰ 9 ਤੋਂ ਲੈ ਕੇ ਸ਼ਲੋਕ ਨੰਬਰ 16 ਤੱਕ ਮਤਲਬ ਅਗਲੇ 8 ਸ਼ਲੋਕਾਂ ਦੀ ਗੱਲ ਕਰਨ ਜਾ ਰਹੇ ਹਾਂ। ਪਿਛਲੀ ਵੀਡੀਓ ਇਸੇ ਵੀਡੀਓ ਦੇ ਨਾਲ ਇਸੇ ਪਲੇਲਿਸਟ ਦੇ ਅੰਦਰ ਪਹਿਲੇ ਪਈ ਹੈ। ਜੇ ਆਪ ਜੀ ਨੇ ਉਹ ਨਹੀਂ ਵੇਖੀ, ਉਹਦੇ ਅੰਦਰ ਉਹਦੇ ਵਿਚਾਰ ਉਹਦੇ ਤੇ ਨਹੀਂ ਸੁਣੇ, ਆਪ ਜੀ ਉਹਨੂੰ ਬਖੂਬੀ ਸੁਣ ਸਕਦੇ ਹੋ। ਤੇ ਇਸ ਵੀਡੀਓ ਬਾਰੇ ਵੀ ਮੈਂ ਇੱਕ ਵਾਰ ਫਿਰ ਇਸ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ, ਇਸ ਐਪੀਸੋਡ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਗੁਜ਼ਾਰਿਸ਼ ਕਰਦੇ ਹਾਂ ਕਿ ਜੋ ਵੀ ਤੁਸੀਂ ਸੁਣਨ ਜਾ ਰਹੇ ਹੋ ਇਹ ਮੇਰੇ ਆਪਣੇ ਨਿੱਜੀ ਵਿਚਾਰ ਹੋ ਸਕਦੇ ਨੇ ਜੋ ਮੈਨੂੰ ਸਮਝ ਆਇਆ ਹੈ। ਇਹ ਜ਼ਰੂਰੀ ਨਹੀਂ ਹੈ ਕਿ ਆਪ ਸਭ ਇਹਨਾਂ ਵਿਚਾਰਾਂ ਤੋਂ ਸਹਿਮਤ ਹੋਵੋ ਅਤੇ ਆਪਣੀ ਖੋਜ ਦੇ ਅਨੁਸਾਰ ਤੁਸੀਂ ਆਪਣੇ ਵਿਚਾਰ ਵੀ ਵਿਅਕਤ ਕਰ ਸਕਦੇ ਹੋ। ਉਹਨਾਂ ਦੇ ਉੱਤੇ ਹਮੇਸ਼ਾ ਗੱਲ ਹੋਈ ਹੈ ਕਿ ਕੋਈ ਝਗੜਾ ਨਹੀਂ, ਕੋਈ ਕੰਟਰੋਵਰਸੀ ਨਹੀਂ। ਹਾਂ, ਆਪਾਂ ਉਹਦੇ ਉੱਤੇ ਵਿਚਾਰ ਕਰ ਸਕਦੇ ਹਾਂ। ਜੇ ਅਗਰ ਤੁਸੀਂ ਕੋਈ ਕਿਸੇ ਤਰੀਕੇ ਦਾ ਫੀਡਬੈਕ, ਕੋਈ ਸੁਜੈਸ਼ਨਸ, ਕੋਈ ਕਿਸੇ ਤਰ੍ਹਾਂ ਦੀ ਸਲਾਹ ਤੁਸੀਂ ਭੇਜਣਾ ਚਾਹੁੰਦੇ ਹੋ ਤੇ ਇਹ YouTube ਚੈਨਲ ਦੇ ਉੱਤੇ ਜਿੱਥੇ ਵੀ ਚੱਲ ਰਹੀ ਹੈ ਜਾਂ Facebook ਦੇ ਉੱਤੇ ਤੁਸੀਂ ਇਸ ਵੀਡੀਓ ਨੂੰ ਦੇਖ ਰਹੇ ਹੋ ਤੇ YouTube ਜਾਂ Facebook ਦੇ ਉੱਤੇ ਮੈਸੇਂਜਰ ਜਾਂ ਮੈਸੇਜ ਜਾਂ ਈਮੇਲ ਦੇ ਰਾਹੀਂ ਤੁਸੀਂ ਆਪਣੇ ਜਿਹੜੇ ਸੁਜੈਸ਼ਨਸ ਨੇ ਔਰ ਫੀਡਬੈਕਸ ਨੇ ਤੁਸੀਂ ਜ਼ਰੂਰ ਭੇਜਿਓ। ਮੈਂ ਉਡੀਕ ਕਰਾਂਗਾ ਕਿਉਂਕਿ ਜਿੱਦਾਂ ਮੈਂ ਦੱਸਿਆ ਕਿ ਇਹ ਮੇਰੇ ਆਪਣੇ ਪਰਸਨਲ ਥਾਟਸ, ਜਿੰਨੀ ਕੁ ਸਮਝ ਮੈਨੂੰ ਗੁਰੂ ਸਾਹਿਬ ਤੋਂ ਬਖਸ਼ਿਸ਼ ਜਾਂ ਮੈਂ ਜਿੰਨੀ ਕੁ ਸਮਝ ਲੈਣ ਦਾ ਪਾਤਰ ਬਣ ਸਕਿਆ ਵਾਂ ਉਸ ਦੇ ਅਨੁਸਾਰ ਮੈਂ ਵਿਚਾਰ ਕਰ ਰਿਹਾ ਹਾਂ। ਔਰ ਮੈਂ ਬਿਲਕੁਲ ਓਪਨ ਹਾਂ ਡਿਸਕਸ਼ਨਸ ਦੇ ਲਈ ਔਰ ਸਮਝਣ ਦੇ ਲਈ, ਲਰਨ ਕਰਨ ਦੇ ਲਈ। ਇਸੇ ਬਹਾਨੇ ਅਸੀਂ ਆਪਣੇ ਆਪ ਨੂੰ ਸਿੱਖ ਕਵਾ ਸਕਦੇ ਹਾਂ ਕਿਉਂਕਿ ਮੈਂ ਸਿੱਖਣ ਨੂੰ ਤਿਆਰ ਹਾਂ। ਤੇ ਅੱਜ ਸ਼ੁਰੂ ਕਰਦੇ ਹਾਂ ਸ਼ਲੋਕ ਮਹੱਲਾ 9ਵਾਂ ਇੱਕ ਕੋਸ਼ਿਸ਼ ਇੱਕ ਸ਼ੁਰੂਆਤ ਵੋਲਿਊਮ 2 ਨਾਲ। ਸ਼ਲੋਕ ਨੰਬਰ ਜੋ 9 ਹੈ, 9 ਤੋਂ ਲੈ ਕੇ 17 ਦੀ ਅਸੀਂ ਅੱਜ ਗੱਲ ਕਰਾਂਗੇ। ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰਬਰ, ਅੰਗ ਨੰਬਰ 1426, 1426 ਔਰ 1427, 1426 ਔਰ 1427 ਨੰਬਰ ਅੰਗ ਦੇ ਉੱਤੇ ਸੁਭਾਇਮਾਨ ਹਨ। ਜਿੱਦਾਂ ਕਿ ਪਿਛਲੀ ਵਾਰ ਵੀ ਅਸੀਂ ਗੱਲ ਕੀਤੀ ਕਿ ਇਹ ਪੂਰਾ ਇੱਕ ਸੰਦੇਸ਼ ਹੈ ਕਿ ਜੀਵਨ ਕਿੱਦਾਂ ਦਾ ਹੋਣਾ ਚਾਹੀਦਾ ਸੀ, ਕਿੱਦਾਂ ਨਹੀਂ ਹੋ ਪਾਇਆ ਤੇ ਕਿੱਦਾਂ ਇਹਨੂੰ ਸੁਧਾਰਿਆ ਜਾ ਸਕਦਾ ਹੈ। ਔਰ ਇਹ ਸੰਦੇਸ਼ ਉਸ ਵਾਸਤੇ ਨਹੀਂ ਹੈ ਜਿਹੜਾ ਉਸ ਅਵਸਥਾ ਤੱਕ ਪਹੁੰਚ ਚੁੱਕਾ ਹੋਵੇ। ਇਹ ਸੰਦੇਸ਼ ਸਾਰਿਆਂ ਵਾਸਤੇ ਹੈ ਜਿਹੜੇ ਹਜੇ ਉਸ ਅਵਸਥਾ ਤੋਂ ਬਹੁਤ ਪਹਿਲੇ ਹਾਂ। ਜਿੱਦਾਂ ਤਰੁਣਾਪੋ ਇਉਂ ਹੀ ਗਏ ਹੋ ਦੀ ਗੱਲ ਕੀਤੀ ਕਿ ਜਿਹੜਾ ਤੇਰਾ ਬਾਲਪਨ, ਜਿਹੜਾ ਤੇਰਾ ਉਹ ਕੂਲਾਪਨ ਹੈ ਜਿਹਦੇ ਅੰਦਰ ਤੂੰ ਸਿੱਖ ਸਕਦਾ ਸੀ, ਟੁੱਟ ਸਕਦਾ ਸੀ, ਬਣ ਸਕਦਾ ਸੀ, ਵਿਗੜ ਸਕਦਾ ਸੀ, ਉਹ ਜਾ ਚੁੱਕਾ ਹੈ ਤੇ ਬਿਰਧ ਪੈ ਗਿਆ ਹੈ ਤੂੰ। ਅਲੱਗ-ਅਲੱਗ ਸਟੇਜਸ ਦੇ ਉੱਤੇ ਗੱਲ ਕੀਤੀ ਸੀ। ਉਸੇ ਤਰੀਕੇ ਨਾਲ ਹੁਣ ਅਸੀਂ ਅਗਲੇ ਸੰਦੇਸ਼ ਦੀ ਗੱਲ ਕਰਦੇ ਹਾਂ ਕਿਉਂਕਿ ਇਹ ਗੁਰਬਾਣੀ ਜੋ ਸਾਨੂੰ ਇੱਕ ਮੰਤਰ, ਇੱਕ ਸਲਾਹ, ਮਤਲਬ ਮੈਂ ਹੁਣ ਅਗਰ ਇੱਥੇ ਵਰਡ ਯੂਜ਼ ਕਰ ਲਿਆ ਮੰਤਰ ਤੇ ਦਾ ਮਤਲਬ ਉਹ ਨਹੀਂ ਹੈਗਾ ਕਿ ਤੋਤਾ ਰਟਨ ਤਵਾਕਨ ਅਸੀਂ ਗੋਲ-ਗੋਲ ਘੁਮਾ ਕੇ ਜਿੱਦਾਂ ਬਿੱਪਰਵਾਦੀ ਮੰਤਰ ਪੜ੍ਹਦੇ ਨੇ ਉਦਾਂ ਇਸ ਨਾਲ ਪਾਠ ਕਰੀਏ। ਨਹੀਂ, ਮੰਤਰ ਦਾ ਮਤਲਬ ਹੈ ਸਲਾਹ। ਇਹਦੇ ਬਾਰੇ ਆਪਾਂ ਇੱਕ ਵੱਖਰਾ ਟੌਪਿਕ ਹੈ, ਇਹਦੇ ਉੱਤੇ ਡਿਸਕਸ ਜ਼ਰੂਰ ਕਰਾਂਗੇ। ਔਰ ਸ਼ੁਰੂ ਕਰਦੇ ਹਾਂ ਸ਼ਲੋਕ ਨੰਬਰ 9 ਜਿਹੜਾ ਜਿੱਥੋਂ ਸ਼ੁਰੂ ਕਰਦੇ ਹਾਂ ਉਹ ਆਂਦਾ ਹੈ, ਸਭ ਸੁਖ ਦਾਤਾ ਰਾਮ ਹੈ, ਦੂਸਰ ਨਾਹਿਨ ਕੋਏ, ਕਹੋ ਨਾਨਕ ਸੁਨ ਰੇ ਮਨਾ, ਤਹ ਸਿਮਰਤ ਗਤ ਹੋਏ। ਬਹੁਤ ਆਲਰੇਡੀ ਬਹੁਤ ਸਾਫ਼ ਸਪਸ਼ਟ ਸ਼ਬਦਾਂ ਦੇ ਅੰਦਰ ਗੁਰਬਾਣੀ ਦਾ ਜਿਹੜਾ ਸੰਕਲਨ ਹੈ, ਗੁਰਬਾਣੀ ਦੀ ਜਿਹੜੀ ਲਿਖਤ ਹੈ ਉਹ ਬਹੁਤ ਸਾਫ਼, ਸੁੰਦਰ, ਸਪਸ਼ਟ ਸ਼ਬਦਾਂ ਦੇ ਅੰਦਰ ਸਾਨੂੰ ਸੰਦੇਸ਼ ਦਿੰਦੀ ਹੈ ਕਿ ਸਭ ਸੁਖ ਦਾਤਾ, ਜਿਸ ਨੂੰ ਮੈਂ ਅੱਜ ਸੁਖ ਮੰਨ ਕੇ ਬੈਠਾ ਹਾਂ, ਉਹ ਸੁਵਿਧਾਵਾਂ। ਔਰ ਉਹਦੇ ਇਲਾਵਾ ਜੇ ਅਗਰ ਮੈਂ ਆਪਣੇ ਮਨ ਦੇ ਸਕੂਨ ਜਾਂ ਮਨ ਦੀ ਸੰਤੁਸ਼ਟੀ ਨੂੰ ਵੀ ਸੁਖ ਮੰਨਾਂ ਤੇ ਉਹਦਾ ਦਾਤਾ ਵੀ ਰਾਮ ਹੈ। ਹੁਣ ਇਹ ਰਾਮ ਅਸੀਂ ਪਿਛਲੇ ਐਪੀਸੋਡ 'ਚ ਵੀ ਗੱਲ ਕੀਤੀ ਸੀ ਕਿ ਹਰ ਜਗ੍ਹਾ ਕਣ ਕਣ ਮੈਂ ਹਰਜੂ ਬਸੈ, ਹਰ ਜਗ੍ਹਾ ਛੋਟੇ ਛੋਟੇ ਕਣ ਦੇ ਅੰਦਰ ਵੀ ਵਸਣ ਵਾਲਾ ਰਮਿਆ ਹੋਇਆ ਉਹ ਰਾਮ ਹੈ, ਜਿਹੜਾ ਤੁਹਾਡੀ ਬੁੱਧੀ ਨੂੰ, ਜਿਹੜਾ ਤੁਹਾਡੇ ਮਨ ਨੂੰ, ਜਿਹੜਾ ਤੁਹਾਡੀ ਸਮਝ ਨੂੰ ਉਹੋ ਜੀ ਤਾਕਤ ਦਿੰਦਾ ਹੈ ਕਿ ਉਹਨਾਂ ਦੇ ਵਿਚਕਾਰ ਤੁਸੀਂ ਸੁੱਖਾਂ ਦਾ ਅਨੁਭਵ ਕਰ ਸਕੋ। ਉਹ ਰਾਮ ਹੈ, ਦੂਸਰ ਨਾਹਿਨ ਕੋਏ। ਇੱਧਰ ਉੱਧਰ ਭਟਕਣ ਦੀ ਲੋੜ ਨਹੀਂ।
ਗੁਰਬਾਣੀ ਦੇ ਅੰਦਰ ਸ਼ਬਦ ਹੈ, ਕਾਹੇ ਰੇ ਬਨ ਖੋਜਨ ਜਾਏ ਸਰਵ ਨਿਵਾਸੀ ਸਦਾ ਅਲੇਪਾ ਜੀ ਕੇ ਸੰਗ ਸਹਾਏ। ਤੇ ਉਹ ਜਿਹੜਾ ਰਮਿਆ ਹੋਇਆ ਰਾਮ ਹੈ, ਉਹ ਜਿਹੜਾ ਕਣ ਕਣ ਦੇ ਅੰਦਰ ਮੌਜੂਦ ਹੈ, ਉਹੀ ਸਾਰਿਆਂ ਸੁੱਖਾਂ ਦਾ ਦਾਤਾ ਹੈ। ਦੂਸਰਾ ਹੋਰ ਕੋਈ ਨਹੀਂ ਹੈ। ਕਿਸੇ ਦੇ ਦੁਆਰੇ ਜਾ ਕੇ, ਕਿਸੇ ਦੇ ਡੇਰੇ ਜਾ ਕੇ ਗੰਡਾ ਤਵੀਤ, ਕੋਈ ਮੰਤਰ, ਕੋਈ ਜੁਗਤੀ ਲੈ ਕੇ ਆਉਣ ਦੀ ਲੋੜ ਨਹੀਂ, ਕਿਉਂਕਿ ਹਰ ਸੁੱਖ ਦਾ, ਜਿਹਨੂੰ ਵੀ ਤੁਸੀਂ ਸੁਵਿਧਾ ਨੂੰ ਸੁੱਖ ਮੰਨ ਕੇ ਵੀ ਬੈਠੇ ਹੋ, ਭਾਵੇਂ ਉਸ ਨੂੰ ਲੈ ਲਓ, ਭਾਵੇਂ ਆਪਣੇ ਮਨ ਦੀ ਸੰਤੁਸ਼ਟੀ ਨੂੰ ਤੁਸੀਂ ਗੱਲ ਕਰ ਲਓ, ਉਹ ਸਾਰਿਆਂ ਸੁੱਖਾਂ ਦਾ ਦਾਤਾ ਰਾਮ ਹੈ। ਕਿਸੇ ਹੋਰ ਦਰਵਾਜ਼ੇ ਕੁਝ ਨਹੀਂ ਹੈਗਾ। ਸਿਰਫ ਉਸ ਦੇ ਅੱਗੇ ਅਸੀਂ ਨਤਮਸਤਕ ਹੋਈਏ, ਅਸੀਂ ਉਸ ਦੇ ਕੋਲੋਂ ਦੀ ਜੋਦੜੀ ਕਰੀਏ, ਅਸੀਂ ਉਸ ਦੇ ਕੋਲੋਂ ਦੀ ਮੰਗ ਲਈਏ ਮਨ ਦੇ ਨਾਲ। ਕਿਉਂਕਿ ਤਨ ਦੇ ਵਿਕਾਰ, ਹੁਣ ਇਹ ਅਸੀਂ ਗੱਲ ਕਰ ਚੁੱਕੇ ਹਾਂ ਪਹਿਲਾਂ ਕਿ ਧਰਮ ਜਿਹੜਾ ਹੈ ਉਹ ਤਨ ਦਾ ਵਿਸ਼ਾ ਨਹੀਂ ਹੈ। ਤਨ ਨੂੰ ਦੁਖੀ ਕਰਕੇ, ਤਨ ਨੂੰ ਪੁੱਠਾ ਲਟਕਾ ਕੇ, ਤਨ ਦੀ ਖਲ ਤੱਕ ਖਿਚਵਾ ਕੇ ਵੀ ਤੁਸੀਂ ਧਰਮ ਦੀ ਪ੍ਰਾਪਤੀ ਨਹੀਂ ਕਰ ਸਕਦੇ, ਕਿਉਂਕਿ ਇਹ ਮਨ ਦਾ ਵਿਸ਼ਾ ਹੈ। ਕਹੋ ਨਾਨਕ ਸੁਨ ਰੇ ਮਨਾ। ਹੁਣ ਇਹੀ ਗੱਲ ਦੇਖੋ, ਗੁਰੂ ਸਾਹਿਬ ਬੜੇ ਕਲੀਅਰ ਸਪਸ਼ਟ ਸ਼ਬਦਾਂ ਦੇ ਅੰਦਰ ਹਰ ਚੀਜ਼ ਦਾ ਸੰਬੋਧਨ ਮਨ ਨੂੰ ਕਹਿੰਦੇ ਨੇ, ਕਿਉਂਕਿ ਡਿਸੀਜਨ ਮੇਕਿੰਗ ਜਿਹੜੀ ਹੈ ਉਹ ਮਨ ਚ ਹੋਣੀ ਹੈ। ਇੰਪਲੀਮੈਂਟੇਸ਼ਨ ਹੋ ਸਕਦੀ ਹੈ ਤਨ ਦੇ ਉੱਤੇ ਹੋ ਜਾਵੇ, ਪਰ ਉਹਦਾ ਡਿਸੀਜਨ ਵੀ ਜਿਹੜਾ ਹੈ, ਉਹਦੀ ਜਿਹੜੀ ਥਾਟ ਪ੍ਰੋਸੈਸ ਹੈ, ਉਹ ਮਨ ਦੇ ਵਿਚਕਾਰ। ਹੁਣ ਮਨ ਵੀ ਇੱਕ ਕੋਈ ਫਿਜ਼ੀਕਲ ਪ੍ਰੈਜ਼ੈਂਟ ਜਗ੍ਹਾ ਨਹੀਂ ਹੈ। ਤੁਸੀਂ ਕਹੋ ਦਿਮਾਗ, ਮੈਂ ਕਹਾਂਗਾ ਹਾਂਜੀ ਦਿਮਾਗ ਇੱਕ ਫਿਜ਼ੀਕਲੀ ਪ੍ਰੈਜ਼ੈਂਟ ਜਗ੍ਹਾ ਹੈ। ਤੁਸੀਂ ਕਹੋ ਜੀ ਦਿਲ, ਹਾਂਜੀ ਦਿਲ ਫਿਜ਼ੀਕਲੀ, ਗੁਰਦਾ, ਜਿਗਰ, ਲੀਵਰ ਸਭ ਕੁਝ ਫਿਜ਼ੀਕਲੀ ਪ੍ਰੈਜ਼ੈਂਟ ਹੈ। ਪਰ ਮਨ ਕੀ ਹੈ? ਮਨ ਹੈ ਥਾਟ ਪ੍ਰੋਸੈਸ। ਉਸ ਨੂੰ ਸੰਬੋਧਿਤ ਕਰਕੇ ਕਹਿ ਰਹੇ ਨੇ, ਕਿਉਂਕਿ ਜਿਸ ਵੇਲੇ ਮਨ ਤੁਹਾਡੇ ਕੰਟਰੋਲ 'ਚ ਆ ਗਿਆ ਤੇ ਪੂਰੀ ਸ੍ਰਿਸ਼ਟੀ ਤੁਹਾਡੇ ਕੰਟਰੋਲ 'ਚ ਹੈਗੀ ਹੈ। ਤੁਹਾਡੇ ਆਪਣੇ ਵਿਕਾਰ, ਤੁਹਾਡੇ ਆਪਣੇ ਵਿਵਹਾਰ, ਤੁਹਾਡਾ ਆਪਣਾ ਵਿਕਾਰ ਵਿਚਾਰ ਸਭ ਕੁਝ ਉਸ ਮਨ ਦੇ ਕੰਟਰੋਲ 'ਚ ਹੈ। ਇਸ ਲਈ ਮਨ ਨੂੰ ਜੇ ਆਪਣੇ ਕੰਟਰੋਲ 'ਚ, ਹੁਣ ਉਹ ਕਿਹਦੇ ਕੰਟਰੋਲ 'ਚ ਹੈ? ਜੇ ਅਗਰ ਮਨ ਸਭ ਕੁਝ ਡਰਾਈਵ ਕਰ ਰਿਹਾ ਹੈ ਤੇ ਫਿਰ ਉਹ ਅੱਗੇ ਕਿਹਦੇ ਕੰਟਰੋਲ 'ਚ ਹੈ? ਕਿਉਂਕਿ ਉਹਦੀ ਟਿਊਨਿੰਗ, ਪਰਮਾਤਮਾ ਜਿਸ ਨੂੰ ਤੁਸੀਂ ਕਹਿ ਰਹੇ ਹੋ, ਜੋ ਤੁਹਾਡੇ ਦਿਮਾਗ ਦੀ ਉਪਜ ਹੈ, ਉਹ ਹੀ ਸਭ ਆਪਸ 'ਚ ਟਿਊਨਿੰਗ ਕਰਕੇ ਚੱਲਦੇ ਨੇ। ਅਸੀਂ ਸਿਰਫ ਥਾਟ ਪ੍ਰੋਸੈਸ ਨੂੰ ਇੱਕ ਵਾਰ ਸਿਸਟਮੈਟਿਕ ਬਣਾ ਲਈਏ ਤੇ ਸਭ ਕੁਝ ਕੰਟਰੋਲ ਹੋ ਸਕਦਾ ਹੈ। ਗੁਰੂ ਸਾਹਿਬ ਫਰਮਾਨ ਕਰਦੇ ਨੇ, ਕਹੋ ਨਾਨਕ ਸੁਨ ਰੇ ਮਨਾ ਤਹਿ ਸਿਮਰਤ ਗਤ ਹੋਏ। ਹੁਣ ਉਹ ਕਿਸ ਨੂੰ ਸਿਮਰਤ ਕਰ ਰਹੇ ਨੇ? ਸਿਮਰਤ ਕਰ ਰਹੇ ਨੇ ਉਸ ਨੂੰ ਜਿਹਦੀ ਹੁਣੇ ਗੱਲ ਕੀਤੀ ਹੈ ਕਿ ਸਾਰਿਆਂ ਸੁੱਖਾਂ ਦਾ ਦਾਤਾ ਰਾਮ ਹੈ, ਕੋਈ ਹੋਰ ਨਹੀਂ। ਉਹਦਾ ਤਹਿ ਸਿਮਰਤ ਗਤ, ਸਿਮਰਤ ਮਤਲਬ ਉਹਨੂੰ ਆਪਣੇ ਮਨ ਦੇ ਅੰਦਰ ਟਿਕਾ ਕੇ ਰੱਖਣਾ, ਉਹਦੀ ਸਮ੍ਰਿਤੀ ਨੂੰ ਕਾਇਮ ਰੱਖਣਾ, ਉਹਦੀ ਯਾਦ ਆਪਣੇ ਮਨ 'ਚ ਤਾਜ਼ਾ ਰੱਖਣਾ। ਇਸ ਨੂੰ ਕਿਹਾ ਗਿਆ ਸਿਮਰਤ। ਉਹਨੂੰ ਯਾਦ ਨੂੰ ਤਾਜ਼ਾ ਰੱਖਣਾ ਆਪਣੇ ਮਨ ਦੇ ਅੰਦਰ ਹਮੇਸ਼ਾ ਕਿ ਕੋਈ ਹੈ, ਉਹ ਜਿਹੜਾ ਸਾਰੇ ਸੁੱਖਾਂ ਦਾ ਦਾਤਾ ਹੈ, ਉਹ ਰਾਮ, ਉਹ ਰਮਿਆ ਹੋਇਆ। ਉਸ ਦਾ ਧਿਆਨ ਆਪਣੇ ਮਨ ਦੇ ਅੰਦਰ ਰੱਖ ਕੇ ਚੱਲਾਂਗੇ ਤੇ ਸਾਨੂੰ ਸਾਰੇ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ। ਜਿਸ ਨੂੰ ਤੁਸੀਂ ਦੁਨਿਆਵੀ ਸੁਵਿਧਾਵਾਂ ਨੂੰ ਸੁੱਖ ਕਹਿ ਰਹੇ ਹੋ, ਉਹ ਵੀ, ਕਿਉਂਕਿ ਉਹ ਵੀ ਤੁਹਾਡੇ ਥਾਟ ਪ੍ਰੋਸੈਸ ਦੇ ਨਾਲ ਤੁਸੀਂ ਉਸ ਨੂੰ ਕਮਾਉਣ ਲਾਇਕ ਆਪਣੇ ਸਰੀਰ ਨਾਲ ਮਿਹਨਤ ਕਰਦੇ ਹੋ, ਪਿੱਛੋਂ ਦੀ ਕਮਾਂਡ ਦਿੰਦਾ ਹੈ ਮਨ ਕਿ ਇਹ ਕਰੋ ਤੇ ਇਸ ਤਰੀਕੇ ਨਾਲ ਹੋ ਜਾਏਗਾ। ਇਹ ਇੱਕ ਬਹੁਤ ਅੱਛਾ ਵਿਚਾਰਨੀय ਵਿਸ਼ਾ ਹੈ। ਅਸੀਂ ਜ਼ਰੂਰ ਇਸ ਦੇ ਉੱਤੇ ਅੱਗੇ ਆਉਣ ਵਾਲੇ ਟਾਈਮ ਦੇ ਅੰਦਰ ਜ਼ਰੂਰ ਇਹਦੇ ਉੱਤੇ ਇੱਕ ਐਪੀਸੋਡ ਜਾਂ 2 ਐਪੀਸੋਡ ਦੇ ਵਿੱਚ ਗੱਲ ਕਰਾਂਗੇ। ਅਗਲਾ ਜਿਹੜਾ ਸ਼ਲੋਕ ਹੈ, ਸ਼ਲੋਕ ਨੰਬਰ 10 ਦੀ ਗੱਲ ਕਰ ਰਿਹਾ ਹਾਂ। ਹੁਣ ਗੱਲ ਕਰ ਰਹੇ, ਜਹ ਸਿਮਰਤ ਗਤ ਪਾਈਏ ਤਹ ਭਜ ਰੇ ਤੈ ਮੀਤ। ਹੁਣ ਪਿੱਛੇ ਗੱਲ ਕੀਤੀ ਕਿ ਜਿਹੜਾ ਰਮਿਆ ਹੋਇਆ ਰਾਮ ਹੈ, ਉਸ ਦੇ ਸਿਮਰਤ ਕਰਕੇ ਤੂੰ ਗਤ ਪਾ ਜਾਏਗਾ। ਹੁਣ ਦੱਸ ਰਹੇ ਨੇ ਕਿ ਜਿਸ ਨੂੰ ਸਿਮਰਤ, ਉਸ ਰਾਮ ਨੂੰ ਆਪਣੇ ਮਨ ਦੇ ਅੰਦਰ ਧਾਰਨ ਕਰਕੇ, ਉਸ ਦਾ ਵਿਚਾਰ ਆਪਣੇ ਮਨ ਦੇ ਅੰਦਰ ਰੱਖ ਕੇ ਜਿਹੜੀ ਤੈਨੂੰ ਗਤ ਮਿਲਦੀ ਹੈ, ਯਾਨੀ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ, ਆਪਣੇ ਮਾਨਸਿਕ ਵੀ ਤੇ ਆਪਣੇ ਬੌਧਿਕ ਵੀ, ਉਹਨਾਂ ਨੂੰ ਹੀ ਭਜ। ਹੁਣ ਅਸੀਂ ਇਹ ਭਜ ਵਰਡ ਦੁਬਾਰਾ ਆਪਣਾ ਸੁਣ ਰਹੇ ਹਾਂ ਕਿ ਭਜ ਕਰਨਾ ਹੁੰਦਾ ਧਾਰਨ ਕਰਨਾ, ਭੋਜਨ ਧਾਰਨ ਕਰਨ ਦੀ ਵਸਤੂ ਤੇ ਭਜਨਾ ਉਸ ਨੂੰ ਧਾਰਨ ਕਰਨ ਦੀ ਕਿਰਿਆ। ਸੋ ਉਸ ਨੂੰ ਭਜ ਰੇ ਤੈ ਮੀਤ। ਹੁਣ मतलब ਤੁਹਾਨੂੰ ਕਹਿ ਕੇ, अरे ओ दोस्त, हे भाई उसका सिमरन कर, अरे ओ भाई मेरे सुन ले। ਇਸ ਤਰੀਕੇ ਦੇ ਨਾਲ ਇਹ ਵਰਡਸ ਇਦਾਂ ਦੇ ਯੂਜ਼ ਕੀਤੇ ਗਏ ਨੇ ਕਈ ਜਗ੍ਹਾ ਤੇ। ਤੈ ਹੁਣ ਅੱਜ ਦੀ ਡੇਟ 'ਚ ਨਹੀਂ ਲੱਗ ਸਕਦਾ। ਤੈ ਮਤਲਬ ਤੂੰ, ਤੁਸੀਂ, ਯੂ, ਲਾਈਕ ਆਪ, whatever you want to say, however you want to put it like. ਸੋ ਉਸ ਦਾ ਹੀ ਸਿਮਰਤ ਕਰਨ ਨਾਲ ਤੇਰੇ ਮਨ ਦੇ ਅੰਦਰ ਜਿਹੜੇ ਵਿਕਾਰ ਨੇ ਦੂਰ ਹੁੰਦੇ ਨੇ, ਤੈਨੂੰ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ ਤੇ ਉਹਨੂੰ ਭੱਜ। ਹੁਣ ਅਜੇ ਤੱਕ ਗੱਲ ਸੀ ਸਿਮਰਨ, ਸਿਰਫ
ਥਾਟ ਪ੍ਰੋਸੈਸ ਦੇ ਅੰਦਰ ਰੱਖਣਾ। ਹੁਣ ਭਜਨ ਦਾ ਗੱਲ ਹੈ ਕਿ ਧਾਰਨ ਕਰਕੇ ਰੱਖ ਲੈ, ਖਾਲੀ ਥਾਟ ਤੱਕ ਨਾ ਰਵੇ, ਤੇਰੇ ਅੰਦਰ ਉਹ ਵਸ ਜਾਵੇ, ਉਹਦਾ ਅਸਰ ਆ ਜਾਵੇ, ਉਹ ਤੇਰੇ ਮਨ ਦੇ ਅੰਦਰ ਨਿਵਾਸ ਕਰ ਲਵੇ, ਤੇਰੇ ਦਿਮਾਗ ਦੇ ਵਿੱਚ ਸਿਰਫ ਇੱਕ ਖਿਆਲ ਚ ਨਾ ਰਵੇ, ਬਿਲਕੁਲ ਤੂੰ ਉਹਦੇ ਨਾਲ ਪ੍ਰਤੱਖ ਰਲਗੜ ਹੋ ਜਾ। ਹੁਣ ਕੰਪਲੀਮੈਂਸ਼ਨ ਦੀ ਗੱਲ ਦੁਬਾਰਾ ਆ ਗਈ ਕਿ ਗੁਰਬਾਣੀ ਦੇ ਹਰ ਵਰਡ ਇੱਕ ਦੂਸਰੇ ਨੂੰ ਕੰਪਲੀਮੈਂਟ ਕਰਦੇ ਨੇ। ਕਿਸ ਤਰੀਕੇ ਦੇ ਨਾਲ? ਅਸੀਂ ਗੱਲ ਕੀਤੀ ਸੀਗੀ ਕਿ ਉਸ ਪਰਮਾਤਮਾ ਨੂੰ ਧਾਰਨ ਕਿਸ ਤਰ੍ਹਾਂ ਨਾਲ ਕਰਨਾ ਹੈ। ਕਹਿ ਰਹੇ ਨੇ ਜੋ ਬਿਦ ਜਲ ਕੋ ਮੀਨ, ਕਿ ਜੇ ਮੀਨ ਮੱਛੀ ਉਸ ਜਲ ਦੇ ਅੰਦਰ ਹੈ ਤੇ ਜਲ ਮੱਛੀ ਦੇ ਅੰਦਰ ਹੈ, ਇਸ ਤਰੀਕੇ ਦੇ ਨਾਲ ਧਾਰਨ ਕਰਨਾ ਹੈ। ਤੇ ਇੱਥੇ ਵੀ ਹਰ ਸਟੈਪ ਦੇ ਉੱਤੇ ਗੱਲ ਕੀਤੀ ਜਾ ਰਹੀ ਹੈ, ਮਨ ਨੂੰ ਸੰਬੋਧਿਤ ਕਰਕੇ ਕਿ ਹੇ ਮਨਾ ਤੂੰ ਇਹ ਕਰ, ਹੇ ਮਨਾ ਤੂੰ ਇਹ ਹੋਏਗਾ, ਹੇ ਮਨਾ ਤੂੰ ਏਦਾਂ ਹੋਏਗਾ। ਤੇ ਅਗਰ ਉਸ ਪ੍ਰੋਸੈਸ ਦੇ ਅੰਡਰ ਉਹ ਮੀਨ ਦੀ ਤਰ੍ਹਾਂ, ਉਹ ਮੱਛੀ ਦੀ ਤਰ੍ਹਾਂ ਉਸ ਕਰਤਾਰ ਪੁਰਖ, ਅਕਾਲ ਪੁਰਖ, ਵਾਹਿਗੁਰੂ, ਰਾਮ, ਅੱਲਾ, ਰਹੀਮ, ਰਹਿਮਾਨ, ਜੋ ਕਹਿ ਲੋ ਉਹਦਾ ਨਾਮ, ਉਹਨੂੰ ਅਗਰ ਉਹ ਧਾਰਨ ਕਰ ਲੈਂਦਾ ਹੈ ਤੇ ਉਸ ਦੇ ਸਿਮਰਨ ਦੇ ਨਾਲ, ਉਹਨੂੰ ਭਜਨ ਦੇ ਨਾਲ ਗੱਤ ਪਵਰੀ ਹੋ ਜਾਂਦੀ ਹੈ। ਕਹੋ ਨਾਨਕ ਸੁਨ ਰੇ ਮਨਾ, ਔਦ ਘਟਤ ਹੈ ਨੀਤ। ਹੁਣ ਇੱਕ ਬੰਦਾ ਇੱਕ ਸਰੀਰ ਦੇ ਵਿੱਚ ਜਦੋਂ ਇਹ ਜਾਨ, ਆਤਮਾ, ਜੋ ਮਰਜ਼ੀ ਤੁਸੀਂ ਇਸ ਨੂੰ ਕਹਿੰਦੇ ਹੋ, ਜਦੋਂ ਤੱਕ ਇਸ ਦੇ ਅੰਦਰ એનર્ਜੀ ਹੈ, ਜਦੋਂ ਤੱਕ ਇਹਦੇ ਅੰਦਰ ਮੋਬਿਲਿਟੀ ਹੈ, ਜਦੋਂ ਤੱਕ ਇਹਦੇ ਅੰਦਰ ਐਂਥੂਸੀਆਜ਼ਮ ਹੈ, ਤਦ ਤੱਕ ਤੂੰ ਉਹ ਕੰਮ ਨਾ ਕਰ। ਹੁਣ ਗੱਲ ਕੀਤੀ ਸੀ ਪਿਛਲੀ ਐਪੀਸੋਡ ਦੇ ਅੰਦਰ ਵੀ ਅਸੀਂ, ਅਕਾਰਥ ਕੀਨ ਜਨਮ, ਅਕਾਰਥ ਕੀਨ, ਅਕਾਰਥ ਦਾ ਮਤਲਬ ਹੋਰ ਕੰਮਾਂ 'ਚ ਤੇ ਲੱਗਾ ਹੈ, ਪਰ ਇਹ ਵੀ ਜਿਹੜਾ ਕਰਨ ਵਾਲਾ ਕੰਮ ਹੈ ਇਹ ਕਦੋਂ ਕਰੇਗਾ? ਕਿਉਂਕਿ ਹੁਣ ਗੱਲ ਆ ਰਹੀ ਹੈ ਕਹੋ ਨਾਨਕ ਸੁਨ ਰੇ ਮਨਾ, ਉਹ ਫਿਰ ਦੁਬਾਰਾ ਮਨ ਨੂੰ ਸੁਣਾ ਰਹੇ ਨੇ ਗੁਰੂ ਸਾਹਿਬ। ਗੁਰੂ ਸਾਹਿਬ ਕਹਿੰਦੇ ਨੇ ਔਦ ਘਟਤ ਹੈ ਨੀਤ। ਨਿਤ ਮਤਲਬ ਰੋਜ਼ਾਨਾ। ਕੁਛ ਨਹੀਂ ਪਤਾ ਕਹਾਂ ਬਿਸਾਸਾ ਇਸ ਭਾਂਡੇ ਕਾ, ਇੱਕ ਨਖ ਲਾਗੀ ਠਨਕਾ। ਜਦ ਇਹ ਸਮਝ ਹੈ ਕਿ ਕਦੀ ਵੀ ਉਹ ਅੰਤ ਸਮੇਂ ਆ ਸਕਦਾ ਹੈ, ਕਦੀ ਵੀ, ਉਸ ਤੋਂ ਬਾਅਦ ਕੌਣ ਭਜੇਗਾ, ਕੀ ਭਜੇਗਾ? ਇਸ ਕਰਕੇ ਅੱਜ ਉਸ ਦੀ ਸੋਚ ਆਪਣੇ ਮਨ ਚ ਟਿਕਾ ਤੇ ਉਸ ਦੀ ਖੂਬੀਆਂ, ਉਹਦੀਆਂ ਅੱਛਾਈਆਂ ਨੂੰ ਧਾਰਨ ਕਰ, ਉਹੋ ਜਿਹਾ ਬਣਨ ਦੀ ਕੋਸ਼ਿਸ਼ ਕਰ। ਧਾਰਨ ਕਰਨਾ ਹੈ, ਉਹਨੂੰ ਕਹਾਂਗੇ ਭਜਨਾ। ਤੇ ਔਦ ਕਿਉਂਕਿ ਘਟ ਰਹੀ ਹੈ ਤੇ ਸਾਡੇ ਕੋਲ ਸਮਾਂ ਨਹੀਂ ਹੈ। ਅਗਲਾ ਜਿਹੜਾ ਸ਼ਲੋਕ ਹੈ, ਸ਼ਲੋਕ ਨੰਬਰ 11, ਉਸ ਦੇ ਅੰਦਰ ਗੱਲ ਕਰਦੇ ਨੇ ਗੁਰੂ ਸਾਹਿਬ, ਪਾਂਚ ਤਤ ਕੋ ਤਨ ਰਚਿਓ, ਜਾਨੋ ਚਤੁਰ ਸੁਜਾਨ, ਜਹਤੇ ਉਪਜਿਓ ਨਾਨਕਾ, ਲੀਨ ਤਾਹੇ ਮਹਿਮਾਨ। ਹੁਣ ਇਸ ਸ਼ਲੋਕ ਦੇ ਅੰਦਰ ਇੱਕ ਵਰਡ ਦੀ ਜੇ ਅਗਰ ਅਸੀਂ ਵਿਚਾਰ ਕਰੀਏ, ਤੇ ਮੈਂ ਉਸ ਤੋਂ ਪਹਿਲੇ ਫਿਰ ਦੁਬਾਰਾ ਤੋਂ ਇੱਕ ਬੇਨਤੀ ਕਰਨਾ ਚਾਹਾਂਗਾ ਕਿ ਇਹ ਵਿਚਾਰ ਉਹ ਹੈ ਜੋ ਮੇਰੀ ਤੁੱਛ ਬੁੱਧੀ ਅਨੁਸਾਰ ਮੇਰੇ ਮਨ ਨੂੰ ਸਮਝ ਆ ਰਹੀ ਹੈ। ਮੇਰੇ ਵਿਚਾਰ ਜਿਹੜੇ ਨੇ ਇਸ ਤਰੀਕੇ ਨਾਲ ਬਣ ਰਹੇ ਨੇ। ਜ਼ਰੂਰੀ ਨਹੀਂ ਹੈ ਕਿ ਤੁਸੀਂ ਇਸ ਦੇ ਨਾਲ ਸਹਿਮਤ ਹੋਵੋ। ਹੋ ਸਕਦਾ ਹੈ ਕਿ ਤੁਹਾਨੂੰ ਅੱਛਾ ਕੋਈ ਵਿਚਾਰ ਆਇਆ ਹੋਵੇ ਔਰ ਉਸ ਥਾਟ ਪ੍ਰੋਸੈਸ ਦੇ ਅਨੁਸਾਰ ਉਸ ਚੀਜ਼ ਨੂੰ ਤੁਸੀਂ ਹੋਰ ਤਰੀਕੇ ਨਾਲ ਸਮਝਿਆ ਹੋਵੇ, ਤੇ ਕਿਰਪਾ ਪਲੀਜ਼ ਮੇਰੇ ਨਾਲ ਸ਼ੇਅਰ ਕਰੋ, ਮੈਂ ਵੀ ਉਸ ਤੋਂ ਸਿੱਖਣ ਦੀ ਇੱਛਾ ਰੱਖਦਾ ਹਾਂ। ਗੱਲ ਹੋ ਰਹੀ ਹੈ ਪਾਂਚ ਤੱਤ ਕੋ ਤਨ ਰਚਿਓ। ਹੁਣ ਉਹ ਪੰਜ ਤੱਤਵ ਕਿਹੜੇ ਨੇ ਜਿਹਦੇ ਨਾਲ ਮੇਰੀ ਇਹ ਬਾਡੀ, ਮੇਰਾ ਇਹ ਸਰੀਰ ਬਣਿਆ? ਹੁਣ ਤੱਕ ਗੱਲ ਹੋ ਰਹੀ ਸੀ ਮਨ ਦੇ ਨਾਲ ਸੰਬੋਧਿਤ। ਹੁਣ ਦੱਸ ਰਹੇ ਨੇ ਕਿ ਤਨ, ਜਿਹਦੇ ਵਿੱਚ ਸਵਾਰ ਹੋ ਕੇ ਉਹ ਥਾਟ ਪ੍ਰੋਸੈਸ, ਇੱਕ ਪਲੇਗਰਾਉਂਡ ਜਿਹੜਾ ਬਣਿਆ ਹੋਇਆ ਹੈ, ਜਿਹਦੇ ਵਿਚਕਾਰ, ਕਿਉਂਕਿ ਮਨ ਸਿਰਫ ਇਹਦੇ ਵਿੱਚ ਨਹੀਂ ਰਹੇਗਾ, ਮਨ ਤੇ ਬ੍ਰਹਮਾਂਡ ਦੇ ਅੰਦਰ ਘੁੰਮਦਾ ਹੈ, ਪਰ ਜਿਹੜਾ ਦਿਮਾਗ, ਜਿਹੜਾ ਉਸਦਾ ਪਲੇਗਰਾਉਂਡ ਹੈ, ਉਹ ਇਸ ਤਨ ਦੇ ਅੰਦਰ ਹੈ। ਉਸ ਦਿਮਾਗ ਨੂੰ ਬਲੱਡ ਦੇਣ ਵਾਲਾ ਦਿਲ ਇਸ ਦੇ ਅੰਦਰ ਹੈ, ਉਸ ਬਲੱਡ ਨੂੰ ਪਿਊਰੀਫਾਈ ਕਰਨ ਵਾਲੀ ਕਿਡਨੀ, ਉਸ ਬਲੱਡ ਨੂੰ ਪਿਊਰੀਫਾਈ ਕਰਨ ਵਾਲਾ ਲਿਵਰ, ਉਹ ਸਭ ਇਸ ਤਨ ਦੇ ਅੰਦਰ ਹੈ। ਤੇ ਇੱਕ ਥਾਟ ਪ੍ਰੋਸੈਸ ਦੇ ਵਾਸਤੇ ਪਿੱਛੋਂ ਦੀ ਫਿਊਲ ਦੇ ਰਹੇ ਨੇ, ਕਹਿ ਰਹੇ ਨੇ ਕਿ ਪਾਂਚ ਤੱਤਵ ਕੋ। ਹੁਣ ਪੰਜ ਤੱਤਵ ਕਿਹੜੇ ਨੇ? ਪੰਜ ਤੱਤ ਕਿਹੜੇ ਨੇ? ਪਹਿਲਾ ਅਗਨੀ, ਜਿਹੜਾ એનર્ਜੀ ਦੇ ਕੇ ਰੱਖਦਾ, ਬਾਲ ਕੇ ਰੱਖਦਾ ਇਸ ਚੀਜ਼ ਨੂੰ, ਜਿਹੜਾ ਕਿਸੇ ਵੀ ਫੂਡ ਨੂੰ ਤੁਸੀਂ ਗ੍ਰਹਿਣ ਕਰਦੇ ਹੋ ਉਹਨੂੰ ਬ੍ਰੇਕਅਪ ਕਰਕੇ એનર્ਜੀ ਪਾਰਟੀਕਲਸ ਦੇ ਵਿੱਚ ਕਨਵਰਟ ਕਰਦਾ ਹੈ, ਉਹ ਹੈ ਅੱਗ, ਪਹਿਲਾ ਤੱਤ। ਦੂਜਾ ਤੱਤ ਪਾਣੀ। ਸਾਰਿਆਂ ਨੂੰ, ਕਿਸੇ ਵੀ ਸਾਇੰਟਿਸਟ ਨੂੰ, ਕਿਸੇ ਵੀ ਡਾਕਟਰ ਨੂੰ ਜਾ ਕੇ ਪੁੱਛੋਗੇ, ਕਹੇਗਾ 60 to 70% ਆਫ ਦਾ ਬਾਡੀ ਵੋਲਿਊਮ ਇਜ਼ ਵਾਟਰ, ਪਾਣੀ ਹੈ। ਪਾਣੀ ਇਸ ਸਰੀਰ ਦਾ ਬਹੁਤ ਮਹੱਤਵਪੂਰਨ ਤੱਤ ਹੈ। ਦੋ, ਤੀਸਰਾ ਵਾਯੂ, ਹਵਾ ਦੇ ਹੋਣ ਦੇ ਨਾਲ ਆਕਸੀਜਨ ਨੂੰ ਫੂਡ ਡਾਈਜੈਸਟ ਕਰਨ, ਉਹਨੂੰ ਸਾੜਨ, ਉਸ ਅਗਨੀ ਨੂੰ ਪ੍ਰਜਵਲਿਤ ਹੋਣ, ਉਸ ਅੱਗ ਨੂੰ ਬਲੇ ਰਹਿਣ ਵਾਸਤੇ ਵਾਯੂ ਦੀ ਲੋੜ ਹੈ। ਔਰ ਵਾਯੂ ਦਾ ਜਿਹੜਾ ਪ੍ਰਵਾਹ ਅਸੀਂ ਸਾਹ ਦੇ ਰਾਹੀਂ ਲੈਂਦੇ ਹਾਂ, ਉਹ ਵਾਯੂ ਵੀ ਇੱਕ ਤੱਤ ਹੈ ਜਿਹਦੇ ਨਾਲ ਇਹ ਬਾਡੀ ਬਣੀ ਹੈ ਪੰਜ ਤੱਤਾਂ ਚੋਂ। ਚੌਥਾ ਤੱਤ ਹੈਗਾ ਮਿੱਟੀ ਜਾਂ ਮਾਸ, ਮੈਟਰ,
ਜਿਹੜੀ ਵੀ ਚੀਜ਼ ਹੈ ਦਿਖ ਰਹੀ ਹੈ, ਜਿਹੜੀ ਸੋਲਿਡ, ਜਿਹਨੂੰ ਤੁਸੀਂ ਮਸਲ, ਜਿਹਨੂੰ ਤੁਸੀਂ ਮਾਸ, ਜਾਂ ਜਿਹਨੂੰ ਵਟਐਵਰ ਚਰਬੀ, ਵਟਐਵਰ ਯੂ ਵਾਂਟ ਟੂ ਸੇ ਇਟ, ਲਾਈਕ ਇਟਸ ਮਿੱਟੀ, ਇਹ ਧਰਤੀ ਹੈ, ਧਰਤੀ ਦਾ ਇੱਕ ਟੁਕੜਾ ਹੈ। ਸੋ ਹੁਣ ਤੱਕ ਅਸੀਂ 4 ਚੀਜ਼ਾਂ ਦੀ ਗੱਲ ਕਰ ਲਈ। ਫਰਸਟ ਇਜ਼ ਦ ਮੈਟਰ, ਇਜ਼ ਦ ਲਾਸਟ ਵਨ। ਦ ਫਰਸਟ ਵਨ ਇਜ਼ ਫਾਇਰ, ਅੱਗ, ਫਿਰ ਉਸ ਤੋਂ ਬਾਅਦ ਪਾਣੀ, ਫਿਰ ਉਸ ਤੋਂ ਬਾਅਦ ਵਾਯੂ, ਤੇ ਉਸ ਤੋਂ ਬਾਅਦ ਫਿਰ ਮਿੱਟੀ ਜਾਂ ਧਰਤੀ, ਇਹ ਮਸਲ। ਹੁਣ ਬਹੁਤ ਵੱਡੀ ਕੰਟਰੋਵਰਸੀ ਹੈ, ਪੰਜਵਾਂ ਤੱਤ ਕੀ ਹੈ। ਕੁਝ ਲੋਕ ਕਹਿੰਦੇ ਨੇ ਜੀ ਇਹਦੇ ਸਰੀਰ ਦੇ ਵਿੱਚ ਇੱਕ ਆਤਮਾ ਵਸਦੀ ਹੈ ਜਿਹਦੀ ਸਾਰੀ ਕੰਮ ਕਰਦੀ ਹੈ। ਮੈਂ ਦੁਬਾਰਾ ਬੇਨਤੀ ਕਰ ਰਿਹਾ, ਇਹ ਮੇਰੀ ਥਾਟ ਪ੍ਰੋਸੈਸ ਹੈ, ਮੈਂ ਸਿਰਫ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਹਾਂ ਕਿ ਉਹ ਪੰਜਵਾਂ ਤੱਤ ਜਿਹੜਾ ਹੈ ਉਹ ਹੈ ਉਸ ਮੈਟਰ ਦਾ ਜਿਹੜਾ ਵੋਲਿਊਮ ਹੈ ਜਾਂ ਉਹਦੀ ਪ੍ਰੈਜ਼ੈਂਸ ਜਿਹੜੀ ਹੈ, ਉਹਦਾ ਹੋਂਦ ਜਿਹੜੀ ਹੈ, ਉਹਨੂੰ ਸਮੇਟ ਕੇ ਰੱਖਣ ਵਾਲਾ ਸਪੇਸ, ਉਹ ਜਗ੍ਹਾ। ਕਿਉਂਕਿ ਜੇ ਉਹ ਜਗ੍ਹਾ ਨਾ ਹੋਵੇ ਤੇ ਉਹ ਮੈਟਰ ਕਿੱਥੇ ਰਹੇਗਾ। ਅਸੀਂ ਅਮੂਮਨ ਗੱਲ ਕਰਦੇ ਹਾਂ ਕਿ ਜੀ ਇੱਥੇ ਤੇ ਕੋਈ ਮਤਲਬ ਕੋਈ ਡੱਬਾ ਥੋੜੀ ਹੈ ਮੇਰੇ ਸਰੀਰ ਦੇ ਆਸ-ਪਾਸ ਜਿਹਦੇ ਵਿੱਚ ਮੈਂ ਬੈਠਾ ਹਾਂ। ਨਹੀਂ, ਮੇਰੇ ਸਰੀਰ ਨੇ ਇੱਕ ਸਪੇਸ ਘੇਰੀ ਹੋਈ ਹੈ, ਇੱਕ ਜਗ੍ਹਾ ਘੇਰੀ ਹੋਈ ਹੈ। ਜਦੋਂ ਇਹ ਸਰੀਰ ਇੱਥੇ ਨਹੀਂ ਰਹੇਗਾ ਤੇ ਇਹ ਸਪੇਸ ਆਊਟਰ ਸਪੇਸ ਦੇ ਵਿੱਚ ਮਿਲ ਜਾਏਗੀ। ਜਦ ਤੱਕ ਇਹ ਸਰੀਰ ਹੈ ਇੱਕ ਸਪੇਸ ਨੂੰ ਆਕਿਊਪਾਈ ਕਰਕੇ ਬੈਠਾ ਹੈ, ਉਹ ਹੈ ਪੰਜਵਾਂ ਤੱਤ। ਅਗੇਨ ਫਾਇਰ, ਅੱਗ, ਦੂਸਰਾ ਵਾਟਰ, ਪਾਣੀ, ਫਿਰ 에ਅਰ, ਫਿਰ ਉਸ ਤੋਂ ਬਾਅਦ ਮਾਸ, ਜਾਂ ਤੁਸੀਂ ਮਿੱਟੀ ਕਹਿ ਦੋ, ਜਾਂ ਧਰਤੀ ਦਾ ਟੁਕੜਾ ਕਹਿ ਦੋ, ਜਾਂ ਧਰਤੀ ਕਹਿ ਦੋ, ਔਰ ਫਿਰ ਇੱਕ ਹੈ ਸਪੇਸ ਜਿਸ ਚੀਜ਼ ਨੂੰ ਘੇਰ ਕੇ ਇਹ ਬਾਡੀ ਬੈਠੀ ਹੈ। ਤੇ ਇਹ ਪੰਜਾਂ ਤੱਤਾਂ ਦਾ ਸਰੀਰ ਹੈ। ਔਰ ਅੱਗੇ ਬਹੁਤ ਖੂਬੀ ਨਾਲ ਜਿੱਥੇ ਇੱਕ ਜਗ੍ਹਾ ਤੇ ਮੂਰਖ ਕਿਹਾ ਹੈ, ਉੱਥੇ ਹੁਣ ਦੱਸ ਰਹੇ ਨੇ ਮਨ ਨੂੰ ਕਿ ਹੇ ਚਤੁਰ ਸੁਜਾਨ, 5 ਤੱਤ ਕੋ ਤਨ ਰਚਿਓ, ਜਾਨੋ ਚਤੁਰ ਸੁਜਾਨ। ਚਤੁਰ ਹੋ ਕੇ ਇਸ ਗੱਲ ਨੂੰ ਸਮਝ ਲਵੋ ਕਿ ਪੰਜਾਂ ਤੱਤਾਂ ਦਾ ਜਿਹੜਾ ਇਹ ਸਰੀਰ ਬਣਿਆ ਹੈ, ਜਿਹਦੇ ਵਿੱਚ ਅਗਨੀ, ਜਲ, ਵਾਯੂ, ਧਰਤੀ ਜਾਂ ਮਿੱਟੀ, ਔਰ ਉਸ ਤੋਂ ਬਾਅਦ ਸਭ ਤੋਂ ਵੱਡੀ ਚੀਜ਼ ਸਪੇਸ ਜਿਸ ਨੂੰ ਇਹ ਘੇਰ ਕੇ ਬੈਠਾ ਹੈ, ਉਹ ਜਗ੍ਹਾ, ਉਹਨਾਂ ਕੋ ਵੋਲਿਊਮ, ਉਹਨਾਂ ਕੋ ਮੈਟਰ ਦਾ ਏਰੀਆ, ਉਹ ਸਾਰੀਆਂ ਚੀਜ਼ਾਂ। ਗੁਰੂ ਸਾਹਿਬ ਕਹਿੰਦੇ ਨੇ ਜਹਤੇ ਉਪਜਿਓ ਨਾਨਕਾ ਲੀਨ ਤਾਹੇ ਮਹਿਮਾਨ। ਜਿਹੜੀ ਮਿੱਟੀ ਹੈ ਉਹ ਮਿੱਟੀ 'ਚ ਰਲ ਜਾਏਗੀ, ਜਿਹੜੀ ਅਗਨੀ ਹੈ ਉਹ ਅਗਨੀ 'ਚ ਵਿਲੀਨ ਹੋ ਜਾਏਗੀ। ਹੁਣ ਜਿਹੜਾ ਪਾਣੀ ਹੈ ਉਹ ਪਾਣੀ ਦੇ ਵਿੱਚ ਚਲਾ ਜਾਏਗਾ, ਚਾਹੇ ਉਹ ਭਾਪ ਬਣ ਕੇ ਜਾਵੇ, ਚਾਹੇ ਕਿਸੇ ਤਰੀਕੇ ਨਾਲ ਚਲਾ ਜਾਵੇ। ਜਿਹੜੀ ਅੱਗ ਹਵਾ ਹੈ ਇਹਦੇ ਵਿੱਚ, ਉਹ ਹਵਾ ਦੇ ਵਿੱਚ ਲੀਨ ਹੋ ਜਾਏਗੀ। ਤੇ ਪੰਜਵਾਂ ਮੈਟਰ, ਪੰਜਵਾਂ ਤੱਤ ਸਪੇਸ, ਉਹ ਸਪੇਸ ਦੇ ਵਿੱਚ ਵਿਲੀਨ ਹੋ। ਮੈਂ ਚੱਲਦਾ ਹਾਂ ਤੇ ਮੇਰੇ ਨਾਲ ਕੀ ਕੀ ਚੱਲ ਰਿਹਾ ਹੈ। ਮੇਰੇ ਨਾਲ ਜਿਹੜੀ ਮੇਰੇ ਅੰਦਰ ਅੱਗ ਮੌਜੂਦ ਹੈ ਉਹ ਵੀ ਚੱਲ ਰਹੀ ਹੈ, ਜਿਹੜੀ ਮੇਰੇ ਅੰਦਰ ਪਾਣੀ ਮੌਜੂਦ ਹੈ ਉਹ ਵੀ ਚੱਲ ਰਿਹਾ ਹੈ, ਜਿਹੜੀ ਹਵਾ ਮੇਰੇ ਅੰਦਰ ਮੌਜੂਦ ਹੈ ਉਹ ਵੀ ਜਾ ਰਹੀ ਹੈ, ਜਿਹੜਾ ਮੈਟਰ ਜਿਹਦੇ ਨਾਲ ਮੈਂ ਬਣਿਆ ਵਾਂ, ਇਹ ਮਾਸ, ਇਹ ਹੱਡੀਆਂ, ਇਹ ਸਭ, ਇਹ ਮਿੱਟੀ, ਇਹ ਵੀ ਮੇਰੇ ਨਾਲ ਚੱਲ ਰਹੀ ਹੈ। ਤੇ ਉਹ ਸਪੇਸ ਜਿਸ ਨੂੰ ਮੇਰਾ ਇਹ ਸਰੀਰ ਆਕਿਊਪਾਈ ਕਰਕੇ ਬੈਠਾ ਹੈ, ਉਹ ਵੀ ਨਾਲ ਚੱਲ ਰਹੀ ਹੈ। ਜਿਸ ਦਿਨ ਇਹ ਸਰੀਰ ਨਹੀਂ ਰਹੇਗਾ ਤੇ ਇਹਨਾਂ ਚੋਂ ਕੋਈ ਚੀਜ਼ ਨਹੀਂ ਰਹੇਗੀ, ਇਹ ਆਪਣੇ ਆਪਣੇ ਕਨਸਟੀਟੂਐਂਟਸ ਜਿੱਥੋਂ ਜਿੱਥੋਂ ਆਏ ਸਨ ਉਹਦੇ ਵਿੱਚ ਵਿਲੀਨ ਹੋ ਜਾਣਗੇ। ਜਹਤੇ ਉਪਜਿਓ ਨਾਨਕਾ ਲੀਨ ਤਾਹੇ ਮਹਿਮਾਨ। ਤੇ ਇਹਦੇ ਵਿੱਚ ਸਾਨੂੰ ਕੀ ਪਤਾ ਲੱਗਦਾ ਹੈ ਕਿ 6ਵਾਂ ਤੱਤ ਕੋਈ ਨਹੀਂ। ਅਗੇਨ ਮੇਰੀ ਇੱਕ ਥਾਟ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਿਹਾ ਹਾਂ ਕਿ ਜਿਹੜਾ 6ਵਾਂ ਤੱਤ ਜਿਹਦੀ ਗੱਲ ਕਰਦੇ ਨੇ ਕਿ ਜਬ मैं मरूंगा मेरे अंदर से एक सफेद धुआं निकल के कहीं चला जाएगा और फिर वो कहीं और चला जाएगा, ऐसा कुछ नहीं। ਇਹ 5 ਤੱਤ ਦਾ ਸਰੀਰ ਹੈ, 5 ਤੱਤ ਇੱਥੇ ਹੀ ਖਤਮ ਹੋ ਜਾਣਗੇ ਤੇ ਉਸ ਤੋਂ ਬਾਅਦ ਬਸ ਰਹਿਓ ਗੁਰੂ ਗੋਬਿੰਦ, ਕੁਝ ਨਹੀਂ ਬਾਕੀ। ਅੱਗੇ ਗੱਲ ਕਰਦੇ ਹਾਂ ਕਿਉਂਕਿ ਇੱਕ ਵਿਸ਼ਾ ਹੈ ਜਿਸ ਦੇ ਅੰਦਰ ਆਤਮਾ, ਭੂਤ, ਪੁਨਰਜਨਮ, पूर्व जन्म, ਇਹ ਅਲੱਗ ਤੋਂ ਇੱਕ ਵਿਸ਼ਾ ਹੈ। ਗੁਰੂ ਗ੍ਰੰਥ ਸਾਹਿਬ ਦੇ ਅੰਦਰ ਇਹਦੇ ਬਾਰੇ ਬਹੁਤ ਖੁੱਲ ਕੇ ਵਿਚਾਰ ਕੀਤੀ ਗਈ ਹੈ। ਆਪਾਂ ਇਹਨੂੰ ਫਿਰ ਕਿਸੇ ਟਾਈਮ ਲਵਾਂਗੇ। ਘਟ ਘਟ ਮੈਂ ਹਰਜੂ ਬਸੈ, ਸੰਤਨ ਕਹਿਓ ਪੁਕਾਰ, ਕਹੋ ਨਾਨਕ ਤਹ ਭਜ ਮਨਾ, ਭਉ ਨਿਧ ਉਤਰਹਿ ਪਾਰ। ਘਟ ਘਟ ਮੈਂ ਹਰ ਜੂ ਬਸੈ। ਹੁਣ ਇੱਕ ਬੜੇ ਲਾਡ ਦੇ ਨਾਲ ਇੱਕ ਵਰਡ ਯੂਜ਼ ਕੀਤਾ ਗਿਆ ਇੱਥੇ ਕਿ ਘਟ ਘਟ ਦੇ ਅੰਦਰ, ਉਸ ਇੱਕ ਹਰ ਇੱਕ ਵਸਤੂ ਦੇ ਅੰਦਰ। ਮੈਂ ਖਾਲੀ ਘਟ ਘਟ ਨੂੰ, ਖਾਲੀ ਇਸ ਘਟ ਦੀ ਗੱਲ ਨਹੀਂ ਕਰ ਰਿਹਾ ਕਿਉਂਕਿ ਗੁਰੂ ਸਾਹਿਬ ਦਾ ਫਰਮਾਨ ਕਈ ਜਗ੍ਹਾ ਸਭ ਹੈ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੂ ਬੋਲੇ ਰਹੇ, ਕਿਉਂਕਿ ਉਹ ਰਾਮ ਹੀ ਉੱਥੋਂ ਦੀ ਬੋਲਦਾ ਹੈ, ਕਿਉਂਕਿ ਉਹ ਉਹਦੇ ਅੰਦਰ ਵਸਿਆ ਹੈ। ਘਟ ਘਟ ਮੈਂ ਹਰ ਜੂ ਹੈ, ਨਾਮ ਹੈ ਉਸ ਅਕਾਲ ਪੁਰਖ ਦੇ ਵਾਸਤੇ ਯੂਜ਼ ਕੀਤਾ ਗਿਆ। ਰਾਮ, ਰਹੀਮ, ਅੱਲਾ,
उस तरीके हर जू इथे एक लाड लड़ाया गया जू करके, हर जी नहीं, हर जू वसे, प्यार दा वाला वर्ड। कई बार बच्चे अपनी मम्मी नू कुछ होर नाम नाल मम्मू जी या इदा करके, या पिता जी नू भी डैडू डैडा वटएवर, लाइक इट्स लाड करके एक जिहड़ी गल कीती गई है। उत्थे क्या गया कि हर जू बस है, वसदे ने। उन्होंने जे इस चीज नू मैन्युफैक्चर किया है, ये अगर बिल्डिंग बनाई सी ते इनू वेचण वास्ते नहीं बनाया सी, आप रहन वास्ते। कर आसन डिठो छाओ, उस दे अंदर जिहड़ी चीज नू बनाया सीगा उहदे अंदर वस रहा है, रह रहा दी गल कीती है। घट घट में हर जू बस है, संतन कहो पुकार। ਜਿਹੜੇ ਜਿਹੜੇ ਲੋਕਾਂ ਨੇ ਵਿਚਾਰ ਕੀਤੀ, ਇਹਦੇ ਵਿੱਚ ਹੁਣ ਸੰਤ ਜਿਹੜਾ ਵਰਡ ਯੂਜ਼ ਕੀਤਾ ਗਿਆ ਹੈ, ਭੁਲੇਖਾ ਬਹੁਤ ਸਾਰੇ ਲੋਕਾਂ ਨੂੰ ਪੈ ਜਾਂਦਾ ਜੀ ਕਿ ਕੋਈ ਐਮਬੋਡੀਡ ਬੰਦਾ ਹੈ ਜਿਹੜਾ ਸੰਤ ਜੀ ਹੈ, ਉਹਦੇ ਪੈਰ ਪੈ ਲਈਏ। ਤੇ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਘਟ ਘਟ ਮੈਂ ਹਰਜੂ ਬਸ ਹੈ। ਨਹੀਂ, ਸੰਤਨ ਮਤਲਬ ਜਿਹੜੇ ਖੋਜੀ ਰਹੇ ਨੇ, ਜਿਨ੍ਹਾਂ ਨੂੰ ਅਸੀਂ ਭਗਤਾਂ ਦੇ ਨਾਮ ਨਾਲ ਜਾਣਦੇ ਹਾਂ, ਜਿਨ੍ਹਾਂ ਨੂੰ ਅਸੀਂ ਗੁਰੂ ਸਾਹਿਬਾਨ ਕਰਕੇ ਕਰਨੇ ਹਾਂ। ਸੰਤਨ ਰਹਿਓ ਪੁਕਾਰ। ਸੰਤਨ ਮਤਲਬ ਉਹ ਲੋਕ ਜਿਨ੍ਹਾਂ ਨੇ ਉਸ ਦੀ ਖੋਜ ਕੀਤੀ। क्योंकि संत वर्ड जिहड़ा है 5 टाइप के नाल गुरबाणी के अंदर यूज होंदा है। गुरु वास्ते, रब वास्ते जिहड़ा अकाल पुरख है, जिहड़ी संगत है जिहड़ी मिलके विचार कर रही है उहदे वास्ते, एक शांत सुभाव दे वास्ते भी संत वर्ड यूज किया गया है। सिखण वाला विद्यार्थी भी जिहड़ा आपस दे अंदर बैठ के संगत दे रूप च बैठा होया है, ਤੇ ਅਲੱਗ-ਅਲੱਗ ਕੰਟੈਕਸਟ ਵਿੱਚ ਅਲੱਗ-ਅਲੱਗ ਜਗ੍ਹਾ ਤੇ ਅਲੱਗ-ਅਲੱਗ ਤਰੀਕੇ ਨਾਲ ਇਹ ਵਰਡ ਯੂਜ਼ ਕੀਤਾ ਗਿਆ ਹੈ। ਇੱਥੇ ਜਿਹੜਾ ਸੰਤਨ ਕਹਿਓ ਪੁਕਾਰ ਹੈ, ਜਿਹੜੇ ਖੋਜੀ ਨੇ, ਜਿਨ੍ਹਾਂ ਨੇ ਖੋਜ ਕੀਤੀ, ਭਗਤ, ਉਹਨਾਂ ਬਾਰੇ ਇਹ ਗੱਲ ਕੀਤੀ ਕਿ ਸਮੇਂ-ਸਮੇਂ ਦੇ ਉੱਤੇ ਭਗਤਾਂ ਨੇ ਆ ਕੇ ਸਾਨੂੰ ਸੰਦੇਸ਼ ਦਿੱਤਾ, ਗੁਰੂ ਸਾਹਿਬਾਨਾਂ ਨੇ ਸੰਦੇਸ਼ ਦਿੱਤਾ ਕਿ ਘਟ ਘਟ ਮੈਂ ਹਰ ਜੂ ਬਸੈ। ਹਰ ਜਿਹੜਾ ਹੈ, ਜਿਹੜਾ ਹਰਨ ਵਾਲਾ, ਜਿਹੜਾ ਹਰਿਆ ਰੱਖਣ ਵਾਲਾ, ਔਰ ਜਿਹੜਾ ਹਰਨ ਵਾਲਾ, ਤਿੰਨ ਜਿਹੜੀਆਂ ਕੁਆਲਿਟੀਆਂ ਨੇ, ਉਹ ਘਟ ਘਟ ਦੇ ਅੰਦਰ ਵਸਿਆ ਹੈ। ਉਹਨੂੰ ਲੱਭਣ ਵਾਸਤੇ ਕਿਤੇ ਜੰਗਲ 'ਚ ਜਾਣ ਦੀ ਲੋੜ ਨਹੀਂ। ਕਹੋ ਨਾਨਕ ਤਹਿ ਭਜ ਮਨਾ, ਭਉ ਨਿਧ ਉਤਰੈ ਪਾਰ। ਹੁਣ ਇੱਥੇ ਇੱਕ ਵਰਡ ਆ ਗਿਆ, ਕਹੋ ਨਾਨਕ ਤਹਿ ਭਜ, ਉਹਨੂੰ ਭਜ, ਉਹਦਾ ਧਾਰਨ ਕਰ। ਭਉ ਨਿਧ, ਭਉ ਨਿਧ ਕੀ ਹੈ? ਭਉ ਮਤਲਬ ਭਾਵਨਾਤਮਕ ਸਮੁੰਦਰ, ਜਿਹਨੂੰ ਅਸੀਂ ਕਹਿੰਦੇ ਆ ਭਾਵਨਾਵਾਂ ਦਾ ਸਮੁੰਦਰ। ਭਾਵਨਾ ਜਿਹਦੇ ਅੰਦਰ ਬੰਦਾ ਫਸ ਜਾਂਦਾ ਹੈ। ਭਾਉ ਨਿਧ, ਨਿਧ ਮਤਲਬ ਖਜ਼ਾਨਾ, ਬਹੁਤ ਸਾਰਾ ਭਾਉ, ਉਸ ਤੋਂ ਵੀ ਪਾਰ ਉਤਾਰਾ ਹੋ ਜਾਂਦਾ ਹੈ ਜੇ ਤੁਸੀਂ ਉਸ ਦਾ ਭਜਨ ਕਰੋ, ਉਸ ਨੂੰ ਗ੍ਰਹਿਣ, ਉਹਦੀਆਂ ਅੱਛਾਈਆਂ ਗ੍ਰਹਿਣ ਕਰੋ ਜਿਹੜੇ ਹਰਜੂ ਘਟ ਘਟ ਦੇ ਅੰਦਰ ਵਸ ਰਹੇ ਨੇ। ਅਗਲੇ ਸ਼ਲੋਕ ਦੇ ਅੰਦਰ, ਸੁਖ ਦੁਖ ਜਹੈ ਪਰ ਸਹਿ ਨਹੀਂ, ਲੋਭ ਮੋਹ ਅਭਿਮਾਨ। ਕਹੋ ਨਾਨਕ ਸੁਨ ਰੇ ਮਨਾ, ਸੋ ਮੂਰਤ ਭਗਵਾਨ। ਹੁਣ ਗੱਲ ਹੋ ਰਹੀ ਹੈ ਸੁਖ ਔਰ ਦੁੱਖ ਜਿਹਨੂੰ ਪਰਸੈ, ਜਿਹਨੂੰ ਕਿ ਸੁਖ ਔਰ ਦੁੱਖ ਡਿਗਾਉਂਦੇ ਨਹੀਂ। ਸੁੱਖਾਂ ਦੇ ਅੰਦਰ ਜ਼ਿਆਦਾ ਹਰਸ਼ਿਤ ਨਹੀਂ ਹੋ ਜਾਂਦਾ, ਤੇ ਦੁੱਖ ਦੇ ਅੰਦਰ ਜ਼ਿਆਦਾ ਨਿਰਾਸ਼ ਜਾਂ ਬਿਲਕੁਲ ਖਤਮ, ਮਲੀਨ ਨਹੀਂ ਹੋ ਜਾਂਦਾ। ਲੋਭ ਤੇ ਮੋਹ ਔਰ ਅਭਿਮਾਨ ਉਹਦੇ ਨੇੜੇ ਨਹੀਂ ਲੱਗਦੇ। ਕਿਸ ਤਰੀਕੇ ਨਾਲ? ਕਿਉਂਕਿ ਉਹਨੇ ਉਸ ਰਾਮ ਨੂੰ ਧਾਰਨ ਕਰ ਲਿਆ ਹੈ, ਉਹਨੂੰ ਭਜ ਲਿਆ ਹੈ, ਉਹਦੀ ਕੁਆਲਿਟੀਜ਼ ਧਾਰਨ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਕਹੋ ਨਾਨਕ ਸੁਣ ਰਹੇ ਮਨਾ, ਫਿਰ ਦੁਬਾਰਾ ਮਨ ਨੂੰ ਸੰਬੋਧਿਤ ਕਰਕੇ ਕਹਿ ਰਹੇ ਨੇ, ਸੋ ਮੂਰਤ ਭਗਵਾਨ। ਉਹਦੇ ਹੋਣ ਦੇ ਨਾਲ ਭਗਵਾਨ ਦਾ ਅਹਿਸਾਸ ਹੁੰਦਾ ਹੈ। ਮੂਰਤ ਦਾ ਮਤਲਬ ਹੁੰਦਾ ਹੈ ਅਹਿਸਾਸ। ਇੱਕ ਹੁੰਦਾ ਸੂਰਤ, ਜਿਹੜਾ ਸਾਹਮਣੇ ਨਜ਼ਰ ਆਵੇ, ਜਿਹਨੂੰ ਤੁਸੀਂ ਟੱਚ ਕਰ ਸਕਦੇ ਹੋ, ਸੂਰਤ। ਔਰ ਮੂਰਤ ਦਾ ਮਤਲਬ ਹੈ ਇੱਕ ਅਹਿਸਾਸ, ਇੱਕ ਮੈਨੂੰ ਇੱਕ ਅਹਿਸਾਸ ਹੋ ਰਿਹਾ ਕਿ ਇੱਥੇ ਕੁਝ ਹੈ, ਤੇ ਸੋ ਉਹ ਦੈਟ ਇਜ਼ ਕਾਲਡ ਮੂਰਤ। So if I see my hand and if I say that yes this looks like, I feel like this is something, ਇਹਦੇ ਅੰਦਰੋਂ ਮੈਨੂੰ ਕਿਸੇ ਚੀਜ਼ ਦਾ ਅਹਿਸਾਸ ਹੈ, ਤੇ ਇਹ ਮੂਰਤ ਹੈ। ਉਸ ਨੂੰ ਜਿਹਦੇ ਉੱਤੇ ਸੁੱਖ ਦੁੱਖ ਦਾ ਅਸਰ ਜ਼ਿਆਦਾ ਨਹੀਂ ਹੁੰਦਾ, ਜਿਹੜਾ ਉਹਦੇ ਚੱਕਰ 'ਚ ਨਹੀਂ ਜ਼ਿਆਦਾ ਲੱਗਦਾ। ਸੁੱਖ ਦੁੱਖ ਦੇ ਵਿੱਚ ਉਹ ਨਾ ਨਿਰਾਸ਼ ਜ਼ਿਆਦਾ ਹੁੰਦਾ, ਨਾ ਉਹ ਜ਼ਿਆਦਾ ਬਹੁਤ ਜ਼ਿਆਦਾ ਹਰਸ਼ਿਤ ਹੋ ਜਾਂਦਾ ਹੈ, ਤੇ ਉਹਨੂੰ ਲੋਭ ਔਰ ਮੋਹ ਔਰ ਅਭਿਮਾਨ ਟੱਚ ਨਹੀਂ ਕਰਦੇ। ਤੇ ਹੇ ਨਾਨਕ ਸੇਜ਼, ਹੇ ਮਨਾ ਸੁਣ ਮੇਰੀ ਗੱਲ ਧਿਆਨ ਨਾਲ, ਉੱਥੇ ਹੀ ਮੈਨੂੰ ਮੂਰਤ, ਉੱਥੇ ਹੀ ਮੈਨੂੰ ਅਹਿਸਾਸ ਹੁੰਦਾ ਭਗਵਾਨ ਵਰਗਾ ਹੈ ਜੀ। ਇਹ ਤੇ ਕਈ ਵਾਰ ਅਸੀਂ ਵਰਡ ਯੂਜ਼ ਕਰਦੇ ਹਾਂ, ਉਹ ਬੰਦਾ ਤੇ ਬੜਾ ਭਗਵਾਨ ਵਰਗਾ ਹੈ ਜੀ, ਕਿਉਂਕਿ ਉੱਥੋਂ ਅਹਿਸਾਸ ਹੋ ਰਿਹਾ ਹੈ ਭਗਵਾਨ ਦਿੰਦਾ ਹੈ, ਭਗਵਾਨ ਸਭ ਕੁਝ ਆਰਗੇਨਾਈਜ਼ ਕਰਦਾ ਹੈ। ਤੇ ਹੋ ਸਕਦਾ ਇਦਾਂ ਦੀ ਕੁਆਲਿਟੀ ਕਿਸੇ ਦੇ ਵਿੱਚ ਅਗਰ ਨਜ਼ਰ ਆਵੇ, ਤੇ ਅਹਿਸਾਸ, ਮੈਂ ਉਹ ਨਹੀਂ ਕਹਿ ਰਿਹਾ ਕਿ ਉਹਦੇ ਪੈਰ ਫੜ ਲਓ ਜਾ ਕੇ ਕਿ ਜੀ ਤੁਸੀਂ ਭਗਵਾਨ ਹੋ, ਹੁੰਦਾ ਆਇਆ ਹੈ। However, Guru Sahib says
ਕਿ ਜਿਹਦੇ ਕੋਲ ਸੁੱਖ ਦੁੱਖ ਜਿਹਨੂੰ ਅਸਰ ਨਹੀਂ ਕਰਦੇ ਔਰ ਜਿਹਦੇ ਮਨ 'ਚ ਲੋਭ ਮੋਹ ਅਹੰਕਾਰ ਨਾ ਹੋਵੇ, ਉਹ ਉਹਦੇ ਵਿੱਚ ਐਵੇਂ ਅਹਿਸਾਸ ਹੁੰਦਾ ਕਿ ਯਾਰ ਇਹ ਰੱਬ ਦਾ ਰੂਪ ਹੈ ਬੰਦਾ। ਅਗਲੇ ਸ਼ਲੋਕ ਦੀ ਗੱਲ ਕਰੀਏ, ਸ਼ਲੋਕ ਨੰਬਰ 14, 14 ਨੰਬਰ। ਉਸਤਤ ਨਿੰਦਿਆ ਨਾਹੀ ਜੈ ਕੰਚਨ ਲੋਹ ਸਮਾਨ। ਜੇ ਕਿਸੇ ਦੀ ਪ੍ਰੇਜ਼ ਜ਼ਿਆਦਾ ਕਰ ਦੋ ਜੀ, ਬੰਦਾ ਹੀ ਬੜਾ ਵਧੀਆ, ਉਹ ਤੇ ਫੁੱਗਾ ਮਤਲਬ ਗੁਬਾਰਾ ਬਣ ਕੇ ਹਵਾ ਵਿੱਚ ਉੱਡਣ ਲੱਗ ਜਾਵੇ, ਜਾਂ ਉਹਨੂੰ ਜਰਾ ਜਿਹਾ ਕਹਿ ਦੋ, ਨਿੰਦ ਦੋ ਕਿ ਨਹੀਂ ਜੀ ਤੂੰ ਇਹ ਕੰਮ ਵਧੀਆ ਨਹੀਂ ਕਰਦਾ, ਤੇ ਉਹ ਬਿਲਕੁਲ ਤੁਹਾਡੇ ਖਿਲਾਫ ਹੋ ਜਾਵੇ। ਉਸਤਤ ਨਿੰਦਿਆ ਨਾਹੀ ਜੇ ਕੰਚਨ ਲੋ ਸਮਾਨ। ਇਹ ਉਸ ਕੁਆਲਿਟੀ ਦੀ ਗੱਲ ਕਰ ਰਹੇ ਨੇ, ਜੇ ਕਿਸੇ ਦੇ ਵਿੱਚ ਇਹੋ ਜਿਹੀ ਕੁਆਲਿਟੀ ਪੈਦਾ ਹੋ ਜਾਂਦੀ ਹੈ ਕਿ ਜੇ ਅਗਰ ਉਹਦੀ ਕੋਈ ਉਸਤਤ ਕੀਤੀ ਜਾਵੇ ਤੇ ਉਹ ਜ਼ਿਆਦਾ ਫੁੱਲੇ ਨਾ, ਉਸਤਤ ਉੱਡ ਨਾ ਜਾਵੇ, ਤੇ ਨਿੰਦਿਆ ਜੇ ਕਿਸੇ ਦੀ ਕਰਤੀ ਜਾਵੇ, ਜੇ ਕਿਸੇ ਨੂੰ ਬੁਰਾ ਕਹਿ ਵੀ ਦਿੱਤਾ ਜਾਵੇ ਤੇ ਉਹ ਬਿਲਕੁਲ ਤੁਹਾਡੇ ਨਾਲ ਲੜਨ ਹੀ ਨਾ ਲੱਗ ਪਵੇ। ਉਹਦੇ ਵਾਸਤੇ ਲੋਹਾ ਔਰ ਸੋਨਾ ਦੋਨੋਂ ਬਰਾਬਰ ਹੋਣ। ਇਹਦਾ ਮਤਲਬ ਇਹ ਨਹੀਂ ਕਿ ਕਾਸਟਿੰਗ ਬਰਾਬਰ ਹੋਵੇ, ਉਹਦੀ ਕੀਮਤ ਉਸ ਬੰਦੇ ਨੂੰ ਬਾਜ਼ਾਰ ਜਾਏਗਾ ਤਾਂ ਸੋਨਾ ਵੀ ਸੇਮ ਭਾਅ ਮਿਲ ਜਾਏਗਾ, ਲੋਹਾ ਵੀ ਸੇਮ ਭਾਅ ਨਹੀਂ। ਅਗਰ ਉਹਦੇ ਕੋਲ ਸੋਨਾ ਹੈ ਤਾਂ ਵੀ ਉਹ ਜ਼ਿਆਦਾ ਫੁੱਲੇਗਾ ਨਹੀਂ, ਜੇ ਉਹਦੇ ਕੋਲ ਲੋਹਾ ਹੈ ਤੇ ਉਹ ਜ਼ਿਆਦਾ ਨਿਰਾਸ਼ ਨਹੀਂ ਹੋਏਗਾ। ਕਿ ਉਹਦੀ ਅਗਰ ਉਸਤਤ ਵੀ ਕੀਤੀ ਜਾਵੇ, ਨਿੰਦਿਆ ਵੀ ਕੀਤੀ ਜਾਵੇ, ਤਾਂ ਜ਼ਿਆਦਾ ਫਰਕ ਨਹੀਂ ਪਏਗਾ। ਕਹੋ ਨਾਨਕ ਸੁਨ ਰੇ ਮਨਾ ਮੁਕਤ ਤਾਹੇ ਤੈ ਜਾਨ। ਹੁਣ ਇਹ ਕਿਸ ਚੀਜ਼ ਤੋਂ ਮੁਕਤ ਹੈ? ਜਿਸ ਦੇ ਉੱਤੇ ਉਸਤਤ ਔਰ ਨਿੰਦਿਆ ਦਾ ਜ਼ਿਆਦਾ ਅਸਰ ਨਹੀਂ ਹੈ, ਜਿਹਦੇ ਵਾਸਤੇ ਸੋਨਾ ਔਰ ਲੋਹਾ ਸਮਾਨ ਹੋ ਚੁੱਕਾ ਹੈ। ਮਤਲਬ ਅਗਰ ਉਹ ਅੱਛੇ ਡਿਸ਼ ਦੇ ਅੰਦਰ ਖਾਣਾ ਖਾ ਰਿਹਾ ਹੈ ਤੇ ਇਟਸ ਓਕੇ, ਅਗਰ ਉਹ ਪੱਤਲ ਦੇ ਅੰਦਰ ਖਾਣਾ ਖਾ ਰਿਹਾ ਤਾਂ ਇਟਸ ਓਕੇ। ਸਰੀਰ ਦੀ ਭੁੱਖ ਮਿਟਾਣੀ ਹੈ, ਅਗਰ ਉਹਦੇ ਵਾਸਤੇ ਇਹ ਸਭ ਚੀਜ਼ਾਂ ਬਰਾਬਰ ਹੋ ਗਈਆਂ ਤੇ ਹੇ ਮਨਾ, ਨਾਨਕ ਸੇਜ਼, ਉਹ ਮੁਕਤ ਹੈ। ਕਿਸ ਚੀਜ਼ ਤੋਂ? ਜੰਮਦੇ ਫੰਦੇ ਤੋਂ, ਉਹਨਾਂ ਹੰਕਾਰ, ਕਾਮ, ਕ੍ਰੋਧ, ਲੋਭ ਮੋਹ ਅਹੰਕਾਰ ਤੋਂ ਮੁਕਤ ਹੈ, ਉਹੀ ਮੁਕਤ ਹੈ। ਹਰਖ ਸੋਗ ਜਾ ਕਹਿ ਨਹੀਂ, ਅਸੀਂ ਸ਼ਲੋਕ ਨੰਬਰ 15 ਦੀ ਗੱਲ ਕਰ ਰਹੇ ਹਾਂ। ਹਰਖ ਸੋਗ ਜਾ ਕਹਿ ਨਹੀਂ, ਬੈਰੀ ਮੀਤ ਸਮਾਨ। ਸਭ ਨੂੰ ਇੱਕ ਤਰੀਕੇ ਦੇ ਨਾਲ ਸਮਦ੍ਰਿਸ਼ਟ ਕਰਕੇ ਦੇਖਦਾ ਹੈ। ਉਹਨੂੰ ਕੋਈ ਜ਼ਿਆਦਾ ਹਰਸ਼ ਨਹੀਂ ਹੈ ਕਿ ਜੀ ਮੇਰੀ ਲਾਟਰੀ ਨਿਕਲ ਗਈ, ਮੈਂ ਤਾਂ ਢੋਲ ਵਜਾਵਾਂਗਾ, ਜਾਂ ਮੇਰਾ ਇਹ ਹੋ ਗਿਆ ਤੇ ਮੈਂ ਬੜੀਆਂ ਖੁਸ਼ੀਆਂ ਮਨਾਵਾਂਗਾ, ਪਟਾਕੇ ਚਲਾਵਾਂਗਾ। ਨਹੀਂ, ਇਟਸ ਓਕੇ, ਇਟ ਗੋਜ਼ ਔਨ। ਸੋਗ, ਅਗਰ ਕੋਈ ਦੁੱਖ ਦੀ ਘੜੀ ਆ ਗਈ ਹੈ ਤੇ ਉਹਦੇ ਅੰਦਰ ਬਿਲਕੁਲ ਇੱਕਦਮ ਵਿਲਾਪ ਹੀ ਔਰ ਰੋਣਾ ਪਿੱਟਣਾ ਪਾ ਦੇਣਾ, ਸੜਕਾਂ ਤੇ ਲੇਟਣਾ, ਜਾਂ ਬੁਰੀ ਹਾਹਾਕਾਰ ਮਚਾ ਦੇਣਾ ਕਿ ਜੀ ਇਹ ਹੋ ਗਿਆ, ਗਲਤ ਹੋ ਗਿਆ। ਨਹੀਂ, ਇਟਸ ਓਕੇ। ਰੋਜ਼ ਜਾ ਰਿਹਾ ਹੈ, ਰੋਜ਼ ਆ ਰਿਹਾ ਹੈ, ਬਹੁਤ ਵਧੀਆ। ਕੋਈ ਗੱਲ ਵੀ ਹੋ ਗਈ ਹੈ ਤਾਂ ਇਟਸ ਓਕੇ। ਅਗਰ ਕੋਈ ਬਹੁਤ ਦੁੱਖ ਦੀ ਘੜੀ ਆ ਗਈ ਹੈ ਤਾਂ ਇਟਸ ਓਕੇ। ਲਾਈਫ ਗੋਜ਼ ਔਨ ਵਾਲੀ ਗੱਲ ਜਿਹੜਾ ਕਹਿ ਦਵੇ, ਉਹਦੇ ਵਾਸਤੇ ਬੈਰੀ ਔਰ ਮੀਤ, ਜਿਹੜਾ ਉਹਦਾ ਦੁਸ਼ਮਣ ਹੈ ਉਹਨੂੰ ਵੀ ਕਹੇ ਜੀ ਸਤਿ ਸ੍ਰੀ ਅਕਾਲ ਪਾਜੀ, आओ पानी पियो, नमस्कार जी, कोई बात नहीं सर, आप पानी पीजिए, कोई बात। हो सकता है मॉडिफाई करवा लवे, कर लवे ਉਹਨਾਂ ਨੂੰ, ਪਰ ਇਸ ਵੇਲੇ ਜੇ ਅਗਰ ਬੈਰੀ ਵੀ ਨੇ ਤੇ ਉਹਨਾਂ ਨੂੰ ਵੀ ਕੋਈ ਬਹੁਤ ਜ਼ਿਆਦਾ ਘਿਰਣਾ ਦੀ ਦ੍ਰਿਸ਼ਟੀ ਨਾਲ ਨਾ ਵੇਖੇ, ਤੇ ਮੀਤ ਜਿਹੜੇ ਨੇ, ਜਿਹੜੇ ਉਹਦੇ ਮਿੱਤਰ ਹੈਗੇ ਨੇ, ਜਿਹੜੇ ਦੋਸਤ ਨੇ, ਸਖੇ ਨੇ, ਉਹਨਾਂ ਨੂੰ ਕੋਈ ਬਹੁਤ ਜ਼ਿਆਦਾ ਇੱਕਦਮ ਨਾਲ ਸਿਰ ਤੇ ਚੜਾਉਣ ਵਾਲੀ ਗੱਲ ਵੀ ਨਾ ਕਰੇ। ਤੇ ਕਹੋ ਨਾਨਕ ਸੁਨ ਰੇ ਮਨਾ ਮੁਕਤ ਤਾਹੇ ਤੈ ਜਾਨ। ਅਸੀਂ ਗੱਲ ਕੀਤੀ ਕਿ ਕੰਚਨ ਲੋ ਸਮਾਨ, ਤਾਂ ਵੀ ਉਹ ਮੁਕਤ ਹੈ। ਜੇ ਅਗਰ ਉਹਨੂੰ ਜ਼ਿਆਦਾ ਖੁਸ਼ੀਆਂ ਔਰ ਜ਼ਿਆਦਾ ਗਮ ਸਤਾਉਂਦਾ ਨਹੀਂ ਹੈਗਾ, ਔਰ ਉਹ ਦੋਸਤਾਂ ਦੇ ਨਾਲ ਔਰ ਜਿਹੜੇ ਉਹਦੇ ਦੁਸ਼ਮਣ ਨੇ ਉਹਨਾਂ ਦੇ ਨਾਲ ਇੱਕ ਬਿਹੇਵੀਅਰ ਕਾਮਨ ਰੱਖਦਾ ਹੈ, ਉਹਨਾਂ ਨੂੰ ਪਾਣੀ ਪੁੱਛਦਾ ਹੈ, ਇਹਨੂੰ ਚਾਹ ਪੁੱਛ ਲੈਂਦਾ ਹੈ, ਤੇ ਉਹ ਵੀ ਮੁਕਤ ਹੀ ਹੈ। ਇਹ ਕੁਆਲਿਟੀਜ਼ ਦੀ ਗੱਲ ਹੋ ਰਹੀ ਹੈ। ਹੁਣ ਗੱਲ ਕਹਿੰਦੇ ਨੇ ਗੁਰੂ ਸਾਹਿਬ, ਭੈ ਕਾਹੂ ਕੋ ਦੇਤ ਨਹਿ, ਨਹਿ ਭੈ ਮਾਨਤ ਆਨ। ਇਹ ਅਕਾਲ ਪੁਰਖ ਦੀਆਂ ਵਡਿਆਈਆਂ ਨੇ, ਜਿਹੜੀਆਂ ਧਾਰਨ ਕਰਨ ਵਾਲੀਆਂ ਚੀਜ਼ਾਂ ਨੇ। ਕਿ ਭੈ ਕਾਹੂ ਕੋ ਦੇਤ, ਕੋਈ ਫालतू ਦਾ ਦਾਬਾ ਦੇ ਕੇ ਡਰਾਵਾ ਨਹੀਂ ਦੇਣਾ ਕਿ ਜੀ ਮੈਂ ਤੇਰੀ ਇਹ ਕਰ ਦਾਂਗਾ, ਮੈਂ ਤੇਰਾ ਉਹ ਕਰ ਦਾਂਗਾ, ਇਹ ਕਰ ਦਾਂਗਾ ਤੇ ਤੂੰ ਇਹ ਕਰ। ਨਹੀਂ, ਡਰਾਣਾ ਨਹੀਂ, ਕਿਉਂਕਿ ਅਕਾਲ ਪੁਰਖ ਕਿਸੇ ਨੂੰ ਐਕਸਟਰਾ ਨਹੀਂ ਡਰਾ ਰਿਹਾ। ਹੁਣ ਜਪਨ ਦੀ ਗੱਲ ਕੀਤੀ ਸੀ, ਭਜਨ ਦੀ ਗੱਲ ਕੀਤੀ ਸੀ ਕਿ ਕੁਆਲਿਟੀਜ਼ ਭਜਨੀਆਂ ਨੇ, ਕੁਆਲਿਟੀਜ਼ ਅੰਦਰ ਰੱਖਣੀਆਂ ਨੇ, ਕੁਆਲਿਟੀਜ਼ ਗ੍ਰਹਿਣ ਕਰ ਲੈਣੀਆਂ ਨੇ। ਉਹ ਕੁਆਲਿਟੀਜ਼ ਦੀ ਗੱਲ ਹੋ ਰਹੀ ਹੈ ਕਿ ਭੈ ਕਾਹੂ ਕੋ ਦੇਤ ਨਹਿ, ਨਹਿ ਭੈ ਮਾਨਤ ਆਨ। ਆਪਣੀ ਆਨ ਦੇ ਉੱਤੇ ਕੋਈ ਡਰ ਨਹੀਂ ਹੈਗਾ ਮੈਨੂੰ, ਨਾ ਮੈਂ ਕਿਸੇ ਨੂੰ ਡਰ ਦੇ ਰਿਹਾ ਹਾਂ, ਨਾ ਮੈਂ ਜ਼ਬਰਦਸਤੀ ਕਿਸੇ ਤੋਂ ਕੋਈ ਕੰਮ ਕਰਾ ਰਿਹਾ ਹਾਂ, ਨਾ ਮੈਂ ਜ਼ਬਰਦਸਤੀ ਕਿਸੇ ਦੀ ਈਨ ਮੰਨ ਕੇ ਉਹਦਾ ਕੰਮ ਕਰ ਰਿਹਾ ਹਾਂ। ਇੱਕ ਸੌਫਟ এনवायरमेंट ਜਿਹਦੇ ਅੰਦਰ ਅਸੀਂ ਰਲ ਮਿਲ ਕੇ ਇੱਕ ਦੂਸਰੇ ਦੇ ਨਾਲ ਰਲ ਮਿਲ ਕੇ ਚੀਜ਼ਾਂ ਨੂੰ ਕਰੀਏ, ਜਿਹਦੇ ਨਾਲ ਨਾ ਕੋਈ ਮੈਨੂੰ ਡਰਾਵੇ ਤੇ ਨਾ ਮੈਂ ਕਿਸੇ ਨੂੰ ਡਰਾਵਾਂ, ਨਾ ਮੈਂ ਕਿਸੇ ਦਾ ਡਰ ਮੰਨਾਂ। ਕਹੋ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਬਖਾਨ। ਕਿਉਂਕਿ ਉਸਨੂੰ ਹੁਣ ਗਿਆਨ ਹੈ। ਉਹ ਡਰਦਾ ਕਿਉਂ ਨਹੀਂ? ਕਿਉਂਕਿ ਉਸਦੇ ਕੋਲ ਨੌਲੇਜ ਹੈ। ਉਹ ਜਵਾਬ ਅੱਛੀ ਤਰ੍ਹਾਂ ਦੇ ਤਰੀਕੇ ਨਾਲ ਦੇ ਸਕਦਾ ਹੈ।
ਉਹ ਡਰਾਂਦਾ ਕਿਉਂ ਨਹੀਂ? ਕਿਉਂਕਿ ਉਸਦੇ ਕੋਲ ਨੌਲੇਜ ਹੈ, ਉਹ ਤਰਕ ਦੇ ਨਾਲ ਆਪਣੀ ਗੱਲ ਸਮਝਾ ਸਕਦਾ ਹੈ। ਕਹੋ ਨਾਨਕ ਸੁਣ ਰਹੇ ਮਨਾ ਗਿਆਨੀ ਤਾਹੇ ਬਖਾਨ, ਉਹ ਤਾਂ ਹੀ ਉਸ ਨੂੰ ਗਿਆਨੀ ਕਿਹਾ ਜਾਏਗਾ ਜਦੋਂ ਉਹ ਨਾ ਕਿਸੇ ਨੂੰ ਡਰਾਏਗਾ, ਆਪਣੇ ਤਰੀਕੇ ਦੇ ਨਾਲ, ਆਪਣੇ ਹਿਸਾਬ ਕਿਤਾਬ ਜੋ ਉਹਨੂੰ ਸਮਝ ਹੈ, ਕਿਉਂਕਿ ਗਿਆਨ ਆ ਗਿਆ ਨਾ ਉਹਦੇ ਕੋਲ, ਤੇ ਉਹ ਆਪਣੇ ਫੈਕਟਸ ਐਂਡ ਫਿਗਰਸ ਸਾਹਮਣੇ ਰੱਖੇਗਾ। ਡਰਾਉਣ ਦੀ ਲੋੜ ਨਹੀਂ ਪਏਗੀ, ਉਹ ਸਮਝਾਏਗਾ ਗੱਲ ਨੂੰ, ਤੇ ਡਰੇਗਾ ਕਿਉਂ ਨਹੀਂ? ਅਗੇਨ ਉਹ ਫੈਕਟਸ ਐਂਡ ਫਿਗਰਸ ਸਾਹਮਣੇ ਰੱਖੇਗਾ। ਮੈਂ ਤੁਹਾਡੇ ਤੋਂ ਕਿਉਂ ਡਰਾਂ ਜੀ, ਮੈਨੂੰ ਤੇ ਕੰਮ ਆਂਦਾ ਹੈ, ਇਸ ਗੱਲ ਦੀ ਚੀਜ਼ ਇਦਾਂ ਐਵੇਂ ਕੀਤੀ ਜਾਂਦੀ ਹੈ, ਤੇ ਤਾਂ ਹੀ ਉਹ ਗਿਆਨੀ ਅਖਾਂਦਾ ਹੈ। ਅੱਜ ਦੀ ਵਿਚਾਰ ਅਸੀਂ ਇੱਥੇ ਹੀ ਸਮੇਟੀਏ, ਕਿਉਂਕਿ ਅੱਜ ਐਪੀਸੋਡ ਨੰਬਰ 2 ਜਿਹੜਾ ਵੋਲਿਊਮ 2 ਅਸੀਂ ਕੀਤਾ ਹੈ, ਇਹਦੇ ਵਿੱਚ ਅਸੀਂ ਸ਼ਲੋਕ ਨੰਬਰ 9 ਤੋਂ ਲੈ ਕੇ ਔਰ ਸ਼ਲੋਕ ਨੰਬਰ 16 ਤੱਕ ਜਿਹੜੇ 8 ਸ਼ਲੋਕ ਇਸ ਅੱਜ ਦੇ ਐਪੀਸੋਡ ਵਿੱਚ, ਇਸ ਵਾਲੇ ਐਪੀਸੋਡ 'ਚ ਕੀਤੇ ਨੇ। ਅੱਗੇ ਫਿਰ ਆਪ ਦੀ ਸੇਵਾ 'ਚ ਹਾਜ਼ਰ ਹੋਵਾਂਗੇ। ਹਜੇ ਸ਼ਲੋਕ 57 ਤੱਕ ਅਸੀਂ ਇਹਨੂੰ ਕੰਪਲੀਟ ਕਰਾਂਗੇ ਹਲਕੇ ਹਲਕੇ ਐਪੀਸੋਡਸ ਦੇ ਵਿੱਚ। ਔਰ ਅੱਜ ਜੋ ਵੀ ਸੇਵਾ ਗੁਰੂ ਸਾਹਿਬ ਵੱਲੋਂ ਬਖਸ਼ੀਸ਼ ਕੀਤੀ ਗਈ ਸੀਗੀ, ਉਹਨੂੰ ਨਿਭਾਉਣ 'ਚ ਜੋ ਮੇਰੀ ਕਮੀ ਰਹਿ ਗਈ ਹੋਵੇ, ਜੋ ਮੇਰੇ ਤੋਂ ਭੁੱਲਾਂ ਹੋਈਆਂ ਹੋਣ, ਉਹਨਾਂ ਨੂੰ ਅਣਜਾਣ ਸਮਝ ਕੇ ਮਾਫ ਕਰ ਦੇਣਾ। ਅਤੇ ਸਿਰਫ ਮਾਫ ਹੀ ਨਹੀਂ, ਇਸ ਦੇ ਬਾਰੇ ਇੱਕ ਵਿਚਾਰ, ਇੱਕ ਛੋਟਾ ਜਿਹਾ ਮੈਸੇਜ ਤੁਹਾਡੇ ਵੱਲੋਂ ਜ਼ਰੂਰ ਮੈਂ ਭਾਲਦਾ ਹਾਂ ਕਿ ਮੈਨੂੰ ਫੀਡਬੈਕ ਔਰ ਸੁਧਰਨ ਦੇ ਵਾਸਤੇ ਕੁਝ ਅੱਛਾ ਸੰਦੇਸ਼, ਮੈਸੇਜ, ਸੁਜੈਸ਼ਨਸ। ਲਿਮਿਟਿਡ ਰਿਸੋਰਸਿਸ ਦੇ ਨਾਲ ਇਹ ਸੇਵਾ ਕਰ ਰਿਹਾ ਹਾਂ, ਔਰ ਆਈ ਟੋਟਲੀ ਡੈਫੀਨੇਟਲੀ ਅੰਡਰਸਟੈਂਡ ਕਿ ਇਹਦੇ ਵਿਚਕਾਰ ਆਪ ਸਭ ਦਾ ਸਹਿਯੋਗ ਮਿਲਦਾ ਰਹੇਗਾ ਤਾਂ ਕਿ ਇਹਨੂੰ ਹੋਰ ਅੱਛੇ ਤਰੀਕੇ ਦੇ ਨਾਲ ਨਿਭਾਇਆ ਜਾ ਸਕੇ। ਔਰ ਇੰਨੀ ਬੇਨਤੀ ਜ਼ਰੂਰ ਪ੍ਰਵਾਨ ਕਰਨਾ ਕਿ ਅੱਜ ਦੇ ਐਪੀਸੋਡ ਨੂੰ ਵੀ ਆਪਣੇ ਫਰੈਂਡਸ, ਫੈਮਿਲੀ ਔਰ ਸਾਰੇ ਨੋਨ ਪੀਪਲ ਜਿਹੜੇ ਵੀ ਨੇ, ਨੋਨ ਲੋਕ ਨੇ, ਉਹਨਾਂ ਦੇ ਨਾਲ ਸ਼ੇਅਰ ਕਰੋ ਤਾਂ ਕਿ ਉਹਨਾਂ ਦੇ ਨਾਲ ਵੀ ਸਾਂਝ ਪੈ ਸਕੇ। ਔਰ ਲਾਸਟ ਦੇ ਅੰਦਰ ਇੱਕ ਬੇਨਤੀ ਹੋਰ ਜ਼ਰੂਰ ਕਰਾਂਗਾ ਕਿ ਇਸੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ। ਔਰ ਸਬਸਕ੍ਰਾਈਬ ਕਰਨ ਦਾ ਤਰੀਕਾ ਹੁਣ ਇੱਥੇ ਸਾਈਡ ਤੇ ਇੱਕ ਛੋਟਾ ਜਿਹਾ ਬਲੌਕ ਆਏਗਾ, ਉਹਦੇ ਵਿਚਕਾਰ ਉਹ ਲਿਖਿਆ ਹੋਏਗਾ ਕਿ ਕਿਸ ਤਰੀਕੇ ਨਾਲ ਤੁਸੀਂ ਸਬਸਕ੍ਰਾਈਬ ਕਰਨਾ ਹੈ। ਛੋਟੀ ਜਿਹੀ ਵੀਡੀਓ ਔਰ ਛੋਟਾ ਜਿਹਾ ਇੱਕ ਬਲੌਕ ਟਾਈਪ ਆਏਗਾ, ਉਹਦੇ ਭਾਈ ਸਾਹਿਬ ਜੀ ਕਰਕੇ ਆਈਕਨ ਹੈ, ਉਹਨੂੰ ਕਲਿੱਕ ਕਰੋ, ਸਮਝ ਆ ਜਾਏਗਾ ਸਬਸਕ੍ਰਾਈਬ ਕਿੱਦਾਂ ਹੋਏਗਾ। ਇੰਨੀ ਕੁ ਬੇਨਤੀ ਪ੍ਰਵਾਨ। ਫਿਰ ਦੁਬਾਰਾ ਆਪ ਜੀ ਦੇ ਨਾਲ ਸਾਂਝ ਪਾਉਣ ਵਾਸਤੇ ਜ਼ਰੂਰ ਹਾਜ਼ਰ ਹੋਵਾਂਗਾ, ਔਰ ਆਪ ਸਭ ਦੀ ਦੁਆਵਾਂ ਦਾ ਹਮੇਸ਼ਾ ਲੋੜਵੰਦ ਰਹਾਂਗਾ ਤਾਂ ਕਿ ਜਾਂਚ ਆ ਜਾਵੇ ਕਿ ਗੁਰੂ ਸਾਹਿਬ ਦੀ ਦਿੱਤੀ ਇੰਨੀ ਅਮੁੱਲ ਦੌਲਤ ਜਿਹੜੀ ਹੈ, ਉਹਨੂੰ ਕਿਸ ਤਰੀਕੇ ਨਾਲ ਐਕਸਪਲੋਰ ਕੀਤਾ ਜਾਵੇ ਤੇ ਕਿਸ ਤਰੀਕੇ ਨਾਲ ਸਾਰਿਆਂ ਦੇ ਨਾਲ ਸਾਂਝ ਪਾਈ ਜਾ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।